वाहिगुरु 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 जी का खालसा वाहिगुरु जी की फतेह। ਸੰਗਤ ਜੀ, ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ 385 ਅੰਕ ਹੈ ਜੀ, 385। ਆਸਾ ਮਹੱਲਾ ਪੰਜਵਾ। ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ ਤੇ ਜਾ ਕੇ ਦੇਖ ਲਓ, ਸਾਹਿਬ ਜੀ ਕਹਿੰਦੇ ਨੇ, ਉੱਥੇ ਜਾ ਕੇ ਬਸ ਸਾਰੇ ਹੀ ਕਹਿੰਦੇ ਵੀ ਮੈਂ ਤੀਰਥ ਤੇ ਆਇਆ, ਮੈਂ ਇਸ਼ਨਾਨ ਕਰ ਲਿਆ। ਹਉਮੈ ਜ਼ਿਆਦੇ ਆ ਜੀ ਤੀਰਥਾਂ ਵਾਲੇ। ਇਹ ਕਬੀਰ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਜੀ। ਕਬੀਰ ਸਾਹਿਬ ਕਹਿੰਦੇ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਏ ਸਕੂਲ। ਕਹਿੰਦੇ ਤੀਰਥਾਂ ਤੇ ਜਾਣ ਦਾ ਫਾਇਦਾ ਕੀ ਆ, ਜੇ ਉੱਥੇ ਹਉਮੈ ਦਾ ਰੋਗ ਲੱਗ ਜਾਂਦਾ, ਕੋਈ ਫਾਇਦਾ ਨਹੀਂ ਕਹਿੰਦੇ ਇੱਥੇ। ਇਹਦਾ ਮਤਲਬ ਇਹ ਵੀ ਨਹੀਂ ਵੀ ਤੀਰਥਾਂ ਤੇ ਨਹੀਂ ਜਾਣਾ, ਪਰ ਹਉਮੈ ਤੋਂ ਬਚ ਕੇ ਰਹਿਣਾ ਜੀ। ਇਹ ਕਹਿਣਾ ਸਭ ਤੋਂ ਵੱਡਾ ਤੀਰਥ ਸਤਿਗੁਰੂ ਹੈ। ਸਤਿਗੁਰੂ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ ਨੇ, ਤੀਰਥ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੈ, ਸੰਗਤ ਹੈ, ਇੱਥੇ ਗੁਰਦੁਆਰੇ ਨੇ। ਸਭ ਤੋਂ ਵੱਡਾ ਤੀਰਥ ਗੁਰਦੁਆਰੇ ਨੇ। ਜਾਣਾ ਆ, ਇਹ ਨਹੀਂ ਵੀ ਨਹੀਂ ਜਾਣਾ, ਗੁਰਦੁਆਰੇ ਜਾਣਾ ਆ ਤੇ ਪਰ ਉੱਥੇ ਹੰਗਤਾਂ ਤੋਂ ਬਚ ਕੇ ਰਹਿਣਾ। ਮਨ ਵਿੱਚ ਹੰਕਾਰ ਨਾ ਆ ਜਾਵੇ ਵੀ ਹਾਂ ਵੀ ਮੈਂ ਗੁਰਦੁਆਰੇ ਰੋਜ਼ ਆਉਂਦਾ। ਹੁਣ ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਮੈਂ ਪੰਡਿਤ ਨੂੰ ਕੁਛ ਪੁੱਛਾਂ, ਪੰਡਿਤ ਨੂੰ ਮੈਂ ਜੋ ਕੁਝ ਵੀ ਪੁੱਛਾਂ, ਕੁਝ ਵੀ, ਉਹ ਕੁਝ ਵੀ ਦੱਸਣ ਤੋਂ ਪਹਿਲਾਂ ਮਾਇਆ ਮੰਗਦਾ ਜੀ। ਉਹਨਾਂ ਦੇ ਬਕਾਇਦਾ ਰੇਟ ਫਿਕਸ ਨੇ ਵੀ ਅਸੀਂ ਪੱਤਰੀ ਜਦੋਂ ਖੋਲਦੇ ਆ, ਜੋਤ ਚਲਾਉਂਦੇ ਆ, ਮਾਇਆ ਦੇਵਾਂਗੇ ਫਿਰ ਸਾਨੂੰ ਕੁਝ ਦੱਸ ਸਕਦੇ ਆ। ਜੇ ਅਸੀਂ ਮਾਇਆ ਨਹੀਂ ਦਿੰਦੇ, ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਣਾ। ਠੀਕ ਹੈ। ਸੋ ਅਸਥਾਨ ਬਤਾਵ ਮੀਤਾ, ਜਾ ਕੈ ਹਰ ਹਰ ਕੀਰਤਨ ਨੀਤਾ। ਵੀ ਉਹ ਮੇਰੇ ਮਿੱਤਰ, ਉਹ ਮੈਨੂੰ ਜਗ੍ਹਾ ਦੱਸ ਜੀ ਜਿੱਥੇ ਹਰ ਵਕਤ ਪਾਰ ਬ੍ਰਹਮ ਪਰਮੇਸ਼ਰ ਦੀ ਕੀਰਤੀ ਹੁੰਦੀ ਰਹਿੰਦੀ ਹੈ। ਜਾ ਕੈ ਹਰ ਹਰ ਕੀਰਤਨ ਨੀਤਾ, ਜਿੱਥੇ ਹਰ ਵਕਤ ਦੀ ਕੀਰਤੀ ਹੁੰਦੀ ਹੈ। ਵਾਹਿਗੁਰੂ ਜੀ। ਹਾਂਜੀ ਹਾਂਜੀ। ਉੱਪਰਲਾ ਆਪਾਂ ਸ਼ਬਦ ਕਰ ਲਿਆ ਜੀ, ਆਸਾ ਮਹੱਲਾ ਪੰਜਵਾਂ, ਰਾਜ ਲੀਲਾ ਤੇਰੇ ਨਾਮ ਬਣਾਈ। ਨਹੀਂ ਕੀਤਾ ਜੀ, ਨਹੀਂ ਕੀਤਾ ਜੀ, ਨਹੀਂ ਕੀਤਾ ਜੀ, ਰਹਿ ਗਿਆ ਜੀ। ਹਾਂ ਠੀਕ ਹੈ ਜੀ। ਆਸਾ ਮਹੱਲਾ ਪੰਜਵਾਂ, ਸ਼ੁਕਰੀਆ ਜੀ, ਚੰਗਾ ਪਤਾ ਲੱਗ ਗਿਆ।
ਰਾਜ ਲੀਲਾ ਤੇਰਾ ਨਾਮ ਬਣਾਈ। ਸੋ ਇਹ ਸਾਰੀ ਜਿਹੜੀ ਲੀਲਾ ਆ ਤੇਰੇ ਨਾਮ ਦੀ ਹੀ ਬਣੀ ਹੋਈ ਹੈ। ਇੱਥੇ ਨਾਮ ਤੋਂ ਭਾਵ ਹੁਕਮ ਆ ਗਿਆ। ਤੇਰੇ ਹੁਕਮ ਦੇ ਨਾਲ ਹੀ ਸਾਰੀ ਇਹ ਰਾਜ ਲੀਲਾ ਬਣੀ ਹੋਈ ਹੈ। ਮਤਲਬ ਜੇ ਹੁਣ ਸਾਡੇ ਕੋਲ ਰਾਜ ਭਾਗ ਦੇ ਸੁੱਖ, ਰਾਜ ਭਾਗ ਕੀ ਹੁੰਦਾ ਜੀ? ਰਾਜ ਭਾਗ ਆ ਵੀ ਹਾਂ ਵੀ ਤੁਹਾਨੂੰ ਖਾਣ ਪੀਣ ਲਈ ਵਧੀਆ ਮਿਲ ਰਿਹਾ, ਪਹਿਨਣ ਲਈ ਸੋਹਣਾ ਮਿਲ ਰਿਹਾ, ਰਹਿਣ ਵਾਸਤੇ ਠੀਕ ਹੈ, ਤੇ ਰਾਜ ਭਾਗ ਦਾ ਸੁੱਖ ਹੈ ਜੀ। ਰਾਜ ਭਾਗ ਦਾ ਸੁੱਖ ਹੈ। ਰਾਜ ਭਾਗ ਇਹੋ ਹੀ ਨਹੀਂ ਕਿ ਹਾਂ ਵੀ ਬਹੁਤੀਆਂ ਫੌਜਾਂ ਹੋਣ, ਬਹੁਤਾ ਖਜ਼ਾਨਾ ਹੋਵੇ ਤੇ ਉਹੀ ਸਾਰਾ ਰਾਜ ਭਾਗ ਹੁੰਦਾ, ਨਹੀਂ। ਰਾਜ ਭਾਗ ਜਿਹੜਾ ਆ ਵੀ ਬੜੇ ਆਨੰਦ ਦੇ ਵਿੱਚ ਰਹਿ ਰਹੇ ਆ ਤੇ ਸਭ ਕੁਝ ਸਾਡੀ ਜਿਹੜੀਆਂ ਇੱਛਾ ਪੂਰੀਆਂ ਹੋਈਆਂ ਤੇ ਸੋਹਣਾ ਜੀਵਨ ਬਤੀਤ ਹੋ ਰਿਹਾ, ਰਾਜ ਭਾਗ ਹੈ ਸਰ। ਸੋ ਇਹ ਸੰਸਾਰ ਰਾਜ ਲੀਲਾ ਹੀ ਹੈ, ਸਾਰੀ ਰਾਜ ਲੀਲਾ ਤੇਰਾ ਨਾਮ ਬਣਾਏ, ਤੇਰੇ ਹੁਕਮ ਦੇ ਵਿੱਚ ਬਣੀ ਹੋਈ ਹੈ। ਰਾਜ ਲੀਲਾ ਹੀ ਹੈ ਸਾਰਾ ਕੁਛ ਹੀ। ਤੇ ਜਿੱਦਾਂ ਰਾਜੇ ਦੇ ਰਾਜ ਭਾਗ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਦਾ ਤੇ ਸੰਸਾਰ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਦਾ। ਜੋਗ ਬਣਿਆ ਤੇਰਾ ਕੀਰਤਨ ਗਾਈ, ਹੁਣ ਮੈਂ ਹਰ ਵਕਤ ਤੇਰੀ ਕੀਰਤੀ ਕਰਦਾ ਹਾਂ, ਤੇਰੀ ਸਿਫਤ ਸਲਾਹ ਕਰਦਾ ਹਾਂ। ਤੇ ਇਹੋ ਹੀ ਮੇਰਾ ਹੁਣ ਜੋਗ ਬਣ ਗਿਆ। ਜੋਗ ਸੰਜੋਗ ਨੂੰ ਕਹਿੰਦੇ ਨੇ ਵੀ ਮੇਰਾ ਸੰਜੋਗ ਬਣ ਗਿਆ ਵੀ ਜਿਹੜਾ ਮੈਂ ਹਰ ਵਕਤ ਤੇਰੀ ਕੀਰਤੀ ਕਰਦਾ, ਤੇਰੀ ਉਸਤਤੀ ਕਰਦਾ ਹਾਂ। ਸਰਬ ਸੁਖਾ ਬਣੇ ਤੇਰਾ ਓਲਾ, ਓਲਾ। ਹੁਣ ਓਲਾ ਕੀ ਹੁੰਦਾ? ਓਲਾ ਹੁੰਦਾ ਪੜਦਾ, ਓਲਾ ਹੁੰਦਾ ਸਹਾਰਾ, ਆਸਰਾ। ਜਿਸ ਦਾ ਤੂੰ ਪੜਦਾ ਢਕਦਾ ਉਹਨੂੰ ਸਾਰੇ ਸੁੱਖ ਹੈ ਜੀ। ਜਿਸਨੂੰ ਤੇਰਾ ਸਹਾਰਾ, ਤੇਰੀ ਓਟ ਹੈ, ਉਹਨੂੰ ਸਾਰੇ ਸੁੱਖ ਨੇ ਜੀ। ਮਤਲਬ ਉਹਦੀ ਓਟ ਦੇ ਵਿੱਚ ਸਾਰੇ ਹੀ ਸੁੱਖ ਨੇ। ਸ਼ਰਨ ਪੈ ਜਾਣਾ। ਭਰਮ ਕੇ ਪਰਦੇ ਸਤਿਗੁਰ ਖੁੱਲੇ, ਸਤਿਗੁਰਾਂ ਨੇ ਮੇਰੇ ਜਿਹੜੇ ਭਰਮ ਦੇ ਪਰਦੇ ਸੀ ਇਹ ਹੁਣ ਸਾਰੇ ਖੋਲ ਦਿੱਤੇ ਜੀ। ਹਾਂ, ਭਰਮ ਕੇ ਪਰਦੇ ਸਤਿਗੁਰ ਖੋਲੇ। ਭਟਕਣਾ ਮੁੱਕ ਗਈ, ਆਪਣੇ ਇਹਨੂੰ ਭਟਕਣਾ ਮੁੱਕ ਗਈ। ਦੂਸਰਾ ਸ਼ੱਕ ਦਾ ਸੁਭਾਅ ਜਿਹੜਾ ਖਤਮ ਹੋ ਗਿਆ, ਨਾ ਹੁਣ ਸ਼ੱਕ ਨਹੀਂ ਹੈ। ਸੋ ਇਹ ਚੀਜ਼ਾਂ ਮਾੜੀਆਂ ਹੁੰਦੀਆਂ। ਸਤਿਗੁਰਾਂ ਨੇ ਇਹ ਭੇਦ ਖੋਲ ਦਿੱਤਾ ਜੀ। ਭੇਦ ਕਿੱਦਾਂ ਖੁੱਲਦਾ? ਇਹੀ ਜਦੋਂ ਮਨ ਵਿੱਚ ਵਿਸ਼ਵਾਸ ਪੈਦਾ ਹੋ ਜਾਂਦਾ ਵੀ ਜਿਉਂ ਜਿਉਂ ਤੇਰਾ ਹੁਕਮ ਤੇ ਹੋਵਣ, ਉੱਥੇ ਕਿੱਥੇ ਭਰਮ ਰਹਿ ਜਾਂਦਾ, ਉੱਥੇ ਭਰਮ ਰਹਿ ਹੀ ਨਹੀਂ ਜਾਂਦਾ। ਸਤਿਗੁਰਾਂ ਨੇ ਖੋਲਤੇ, ਸੋਝੀ ਦੇ ਦਿੱਤੀ ਜੀ ਮਹਾਰਾਜ ਨੇ। ਰਹਾਓ ਹੁਕਮ ਬੂਝ ਰੰਗ ਰਸ ਮਾਣੇ। ਸੋ ਅਸਲ ਚ ਰੰਗ ਰਸ ਕੀ ਹੈ? ਜਿੱਦਾਂ ਇਹ ਸ਼ਬਦ ਵਿੱਚ ਰਾਜ ਲੀਲਾ ਦੀ ਗੱਲ ਕੀਤੀ ਨਾ, ਅਸਲ ਚ ਰੰਗ ਰਸ ਮੰਨਣੇ ਉਹ ਕੀ ਹੈ? ਉਹ ਇਹੋ ਹੀ ਹੈ ਕਿ ਹੁਕਮ ਨੂੰ ਜਿਹੜਾ ਬੁੱਝ ਲੈਣਾ, ਸਮਝ ਲੈਣਾ। ਤੇ ਏਦਾਂ ਹੀ ਆ ਰਾਜ ਲੀਲਾ ਤੇਰੇ ਨਾਮ ਬਣਾਈ। ਨਾਮ ਜਪਣੇ ਵਾਲਾ ਜਿਹੜਾ ਆ, ਤੇ ਜਿੱਥੇ ਨਾਮ ਜਪਣੇ ਵਾਲਾ ਜਿੱਥੇ ਨਾਮ ਜਪਣਾ ਸ਼ੁਰੂ ਕਰ ਦਿੰਦਾ ਉੱਥੇ ਰਾਜ ਲੀਲਾ ਬਣ ਜਾਂਦੀ, ਉੱਥੇ ਉਹਦਾ ਆਨੰਦ ਬਣ ਜਾਂਦਾ ਜੀ। ਹੁਕਮ ਬੂਝ ਰੰਗ ਰਸ ਮਾਣ, ਜਿਹੜਾ ਉਸਦੇ ਹੁਕਮ ਨੂੰ ਸਮਝ ਲੈਂਦਾ ਸਾਰੇ ਰੰਗ ਰਸ ਮਾਣਦਾ ਜੀ। ਸਤਿਗੁਰ ਸੇਵਾ ਮਹਾ ਨਿਰਵਾਣੇ, ਇੱਥੇ ਸਮਝ ਲੈਣਾ ਰੰਗ ਰਸ ਮਾਣੇ। ਸਾਡੇ ਜੀਵਨ ਵਿੱਚ ਕਈ ਰੰਗ ਆ ਜਾਂਦੇ ਨਾ, ਉਹਦੇ ਆਨੰਦ ਨੂੰ ਮਾਣਦਾ ਹੈ। ਦੁੱਖ ਵੀ ਰੰਗ ਹੈ, ਸੁੱਖ ਵੀ ਰੰਗ ਹੈ, ਠੀਕ ਨੀ? ਅਮੀਰੀ ਦਾ ਆਪਣਾ ਰੰਗ ਹੈ, ਗਰੀਬੀ ਦਾ ਆਪਣਾ ਰੰਗ ਹੈ, ਮਾਣ ਦਾ ਆਪਣਾ, ਅਪਮਾਨ ਦਾ ਆਪਣਾ। ਉਸ ਦੇ ਰਸ ਨੂੰ ਮਾਣਦਾ ਆ। ਹੁਕਮ ਬੁੱਝ ਲਿਆ ਨਾ, ਹੁਕਮ ਦੀ ਸਮਝ ਪੈ ਗਈ ਹੈ। ਇਹ ਕਹਿੰਦੇ ਸਤਿਗੁਰ ਸੇਵਾ ਮਹਾ ਨਿਰਵਾਣੇ। ਜਿਹੜੀ ਸਤਿਗੁਰਾਂ ਦੀ ਸੇਵਾ ਹੈ ਨਾ, ਇਹਦੇ ਵਿੱਚ ਵਾਸ਼ਨਾ ਹੀ ਕੋਈ ਨਹੀਂ ਰਹਿ ਜਾਂਦੀ, ਉਹਨੂੰ ਨਿਰਵਾਣ ਅਵਸਥਾ ਕਿਹਾ ਜਾਂਦਾ ਹੈ। ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ ਨਾ ਨਿਰਵਾਣ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਜੀ। ਤੇ ਸਤਿਗੁਰਾਂ ਦੀ ਸੇਵਾ ਹੁੰਦੀ ਹੀ ਨਿਰਵਾਣ ਅਵਸਥਾ ਵਿੱਚ ਜਾ ਕੇ, ਸੇਵਾ ਹੀ ਫਿਰ
ਮੰਨ ਲਓ ਉਹਨੂੰ ਮੰਨਿਆ ਜਾਂਦਾ। ਪਹਿਲਾਂ ਤਾਂ ਨਿਰਵਾਣ ਅਵਸਥਾ ਲਈ ਸੇਵਾ ਕੀਤੀ, ਉਹਨੇ ਬਖਸ਼ੀ। ਫਿਰ ਪਤਾ ਲੱਗਾ ਵੀ ਅਸਲ 'ਚ ਸੇਵਾ ਹੀ ਨਿਰਵਾਣ ਅਵਸਥਾ ਦੇ ਨਾਲ ਹੁੰਦੀ। ਜਿੰਨਾ ਚਿਰ ਅਸੀਂ ਆਪਣੀ ਨਿਰਵਾਣ ਅਵਸਥਾ ਨਹੀਂ ਕਰਦੇ, ਉਹਨਾਂ ਚਿਰ ਉਹ ਸੇਵਾ ਹੀ ਨਹੀਂ। ਮਤਲਬ ਇਹਨੂੰ ਆਪਣੇ ਆਪ ਨੂੰ ਸੋਚੀ ਪੈ ਗਈ, ਹੈ ਵੀ ਏਦਾਂ ਹੀ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਪਹਿਲਾਂ ਨਿਰਵਾਣ ਦੀ ਗੱਲ ਕਰ ਦਿੱਤੀ, ਹੁਣ ਮਹਾਰਾਜ ਕਹਿੰਦੇ ਜਿਸ ਜਿਹਨੇ ਵੀ ਤੈਨੂੰ ਸਮਝ ਲਿਆ, ਜਾਣ ਲਿਆ, ਚਾਹੇ ਉਹ ਗ੍ਰਸਤੀ ਹੈ, ਚਾਹੇ ਉਹ ਉਦਾਸੀ ਪ੍ਰਵਾਨ। ਇਹ ਨਹੀਂ ਭਈ ਉਹ ਉਦਾਸੀ ਹੀ ਪ੍ਰਵਾਨ ਹੈ। ਨਾਲੇ ਭੇਖ ਦਾ ਤਾਂ ਨਾ ਹੀ ਨਹੀਂ, ਨਿਰਵਾਣ ਜਿਹੜਾ ਅਵਸਥਾ ਹੈ ਭੇਖ ਦਾ ਤਾਂ ਕਿੰਨਾ ਨਹੀਂ। ਤੇ ਇਹਦਾ ਕਿਤੇ ਵੀ ਨਿਰਵਾਣ ਅਵਸਥਾ ਪ੍ਰਾਪਤ ਹੋ ਸਕਦੀ, ਕਦੋਂ ਵੀ ਹੋ ਸਕਦੀ ਹੈ। ਬੱਚੇ ਨੂੰ ਵੀ ਹੋ ਸਕਦੀ ਹੈ, ਔਰਤ ਮਰਦ ਦੀ ਵੀ ਕੋਈ ਗੱਲ ਨਹੀਂ। ਪਤਾ ਨਹੀਂ ਕਿਹਨੂੰ ਸੱਚੇ ਪਾਤਸ਼ਾਹ ਨਿਰਵਾਣ ਅਵਸਥਾ ਕਰਨੀ। ਜਿਹਨੇ ਵੀ ਉਸ ਨੂੰ ਸਮਝ ਲਿਆ, ਉਹ ਚਾਹੇ ਗ੍ਰਸਤੀ ਹੈ, ਚਾਹੇ ਉਦਾਸੀ ਹੈ, ਉਹ ਪ੍ਰਵਾਨ ਹੈ। ਨਾਮ ਰਤਾ ਸੋਈ ਨਿਰਵਾਣ। ਫੇਰ ਨਿਰਵਾਣ ਦੀ ਗੱਲ ਕਰ ਦਿੱਤੀ ਜੀ। ਜਿਹੜਾ ਨਾਮ ਦੇ ਵਿੱਚ ਰਤਿਆ ਹੋਇਆ ਹੁੰਦਾ ਹੈ, ਉਸੇ ਹੀ ਨੂੰ ਹੀ ਨਿਰਵਾਣ ਕਿਹਾ ਜਾਂਦਾ। ਵਾਸ਼ਨਾ ਤੋਂ ਬਿਨਾਂ, ਹੁਣ ਜਿਹੜਾ ਨਾਮ ਦੇ ਵਿੱਚ ਰਤਿਆ ਗਿਆ, ਉਹਦੀ ਵਾਸ਼ਨਾ ਕਿੱਦਾਂ ਰਹਿ ਜੂਗੀ? ਉਹਨੂੰ ਤਾਂ ਨਾਮ ਦੇ ਵਿੱਚੋਂ ਰਸ ਆ ਰਿਹਾ, ਸਵਾਦ ਆ ਰਿਹਾ। ਵਾਸ਼ਨਾ ਹੈ ਤੇ ਕੇਵਲ ਨਾਮ, ਬਾਣੀ। ਜਾ ਕੋ ਮਿਲਿਓ ਨਾਮ ਨਿਧਾਨਾ। ਸੱਚੇ ਪਾਤਸ਼ਾਹ ਕਹਿੰਦੇ ਜਿਸ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ, ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਕਹਿੰਦੇ ਉਹਦਾ ਖਜ਼ਾਨਾ ਹਰ ਵਕਤ ਭਰਿਆ ਰਹਿੰਦਾ। ਜਿਹੜੇ ਦੁਨਿਆਵੀ ਧਨ ਹੈ, ਇਹ ਖਜ਼ਾਨੇ ਭਰੇ ਹੋਏ ਨਹੀਂ ਰਹਿੰਦੇ, ਇਹ ਖਤਮ ਹੁੰਦੇ ਨੇ। ਪਰ ਨਾਮ ਇੱਕ ਐਸਾ ਖਜ਼ਾਨਾ ਹੈ ਜਿਹੜਾ ਜਿੰਨਾ ਵਰਤੋ ਉਨਾ ਹੀ ਹੋਰ ਵੱਧਦਾ ਸੀ। ਇੱਕ ਖਤਮ ਨਹੀਂ ਹੁੰਦਾ ਨਾਮ ਦਾ ਖਜ਼ਾਨਾ। ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਭਾਈ ਜਿਹੜਾ ਨਾਮ ਜਪਣੇ ਵਾਲਾ ਨਾ ਜੀ, ਉਹਨੇ ਜਿਹੜੀ ਕਿਰਤ ਕਮਾਈ ਹੈ, ਉਹਦੇ 'ਚ ਬੜੀ ਬਰਕਤ ਰਹਿੰਦੀ ਹੈ। ਇਹ ਵੀ ਚਲੋ ਸਾਨੂੰ ਮਾਇਆ ਦੀ ਵੀ ਲੋੜ ਆ ਵੀ, ਧਨ ਦੌਲਤ ਤੇ ਹਰ ਵਕਤ ਰਹਿੰਦਾ ਵੀ ਲੈ ਇੱਧਰੋਂ ਹੁਣ ਆਹ ਲੋੜ ਪੈ ਗਈ, ਹੁਣ ਆਹ ਲੋੜ ਪੈ ਗਈ, ਕੰਮ ਨਹੀਂ ਕਰਾਂਗੇ ਕਿੱਦਾਂ ਗੁਜ਼ਾਰਾ ਚੱਲੇਗਾ, ਪੈਸੇ ਦੀ ਬੜੀ ਲੋੜ ਹੈ। ਮਹਾਰਾਜ ਨੇ ਇਹ ਵੀ ਗੱਲ ਬਖਸ਼ੀ ਕੀਤੀ, ਕਹਿੰਦੇ ਨਾਮ ਜਪਿਆ ਕਰ, ਵਿਧ ਬਣਦੀ ਰਿਹਾ ਕਰੂਗੀ। ਭਾਈ ਜਿਹੜਾ ਤੂੰ ਧਨ ਦੌਲਤ ਕਮਾਉਣਾ ਹੈ ਨਾ, ਉਹ 'ਚ ਕਦੀ ਕਮੀ ਨਹੀਂ ਆਵੇਗੀ। ਮਤਲਬ ਵੀ ਤੇਰੀ ਜਿਹੜੀ ਲੋੜ ਹੈ ਉਹ ਪੂਰੀ ਹੁੰਦੀ ਰਹੇਗੀ। ਕੜੀ ਦੇ ਨਾਲ ਕੜੀ ਜੁੜੀ ਜਾਣੀ ਹੈ। ਬਾਣੀ ਨਾ ਛੱਡ ਦੇਈਂ, ਇਹਨੇ ਕਿਸੇ ਤੋਂ ਕਰਜ਼ਾ ਨਹੀਂ ਮੰਗਣਾ ਪੈਣਾ। ਸੱਚੇ ਪਾਤਸ਼ਾਹ ਇਹਨੇ ਤੇਰੀ ਹੀ ਕਿਰਤ ਕਮਾਈ ਦੇ ਵਿੱਚ ਇੰਨੀ ਬਰਕਤ ਪਾ ਦੇਣੀ ਹੈ। ਪੂਰ ਖਜ਼ਾਨਾ। ਦੇਖੋ ਗਲਤ ਪਾਸੇ ਮਾਇਆ ਨਾ ਲੱਗੇ ਤੇ ਫਿਰ ਤਾਂ ਫਿਰ ਰੋਟੀ ਪਾਣੀ ਹੈ। ਗਲਤ ਪਾਸੇ ਕੋਈ ਬਿਮਾਰੀ ਤੇ ਨਾ ਲੱਗੇ, ਮੁਕੱਦਮਿਆਂ ਦੇ ਨਾ ਪੈਸੇ ਲੱਗੇ, ਗਵਾਚ ਨਾ ਜਾਵੇ, ਕਿ ਕੋਈ ਇਹਨੂੰ ਠੱਗ ਨਾ ਲਵੇ, ਇਹਦੇ ਨਾਲ ਧੋਖਾ ਨਾ ਹੋ ਜਾਵੇ। ਬਾਕੀ ਤਾਂ ਆਪਣੀਆਂ ਲੋੜਾਂ ਹੀ ਆ। ਤੇ ਸੱਚੇ ਪਾਤਸ਼ਾਹ ਕਹਿੰਦੇ ਤਾਕੋ ਧੋਖਾ ਕਾਂ ਵਿਆਪੇ ਜਾਕੋ ਓਟ ਤੁਹਾਰੀ। ਮਹਾਰਾਜ ਇਹ ਵਚਨ ਕਰਦੇ। ਮੰਨ ਲਓ ਤੋਟ ਨਹੀਂ ਆਉਂਦੀ ਜਿਹੜਾ ਨਾਮ ਜਪਦਾ ਜੀ। ਆਸਾ ਮਹੱਲਾ ਪੰਜਵਾ। ਤੀਰਥ ਜਾਓ ਤਾਂ ਹਉ ਕਰਤੇ। ਤੀਰਥਾਂ ਤੇ ਜਾਣਾ, ਉੱਥੇ ਜਦੋਂ ਦੇਖਦਾ ਤਾਂ ਸਾਰੇ ਹਉ ਕਰਦੇ। ਸਭ ਤੋਂ ਵੱਡਾ ਸਾਡਾ ਤੀਰਥ ਹਰਿਮੰਦਰ ਸਾਹਿਬ ਹੈ। ਬਸ ਜਦੋਂ ਆਪਾਂ ਜਾਂਦੇ ਹਾਂ ਨਾ, ਇਸ ਗੱਲ ਦਾ ਖਿਆਲ ਰੱਖਣਾ ਕਿਤੇ ਰੰਚਕ ਮਾਤਰ ਵੀ ਕਿਤੇ ਹਉਮੈ ਨਾ ਸਾਡੇ ਮਨ ਵਿੱਚ ਆ ਜਾਵੇ। ਬਸ ਤੂੰ ਲੈ ਕੇ ਆਇਆ, ਤੂੰ ਹੀ ਲੈ ਕੇ ਆਇਆ ਬਸ। ਬਾਕੀ ਜਿੰਨੇ ਆਪਣੇ ਗੁਰੂ ਧਾਮ 5 ਤਖਤ ਨੇ ਜੀ, ਤੇ ਉੱਥੇ ਜਦੋਂ ਜਾਣ ਦਾ ਮੌਕਾ ਮਿਲਦਾ, ਕਿਉਂਕਿ ਤੀਰਥ ਨੇ ਸਭ ਤੋਂ ਵੱਡੇ ਸਾਡੇ ਤੀਰਥ ਨੇ। ਉੱਥੇ ਹਉਮੈ ਨਾ ਆਵੇ। ਜਿੱਥੇ ਆਪਾਂ ਬੈਠੇ ਹੈ ਸਾਡੇ ਗੁਰਦੁਆਰੇ ਸਾਡੇ ਤੀਰਥ ਨੇ।
ਤੇ ਸਾਧ ਸੰਗਤ ਦਾ ਅਸਥਾਨ ਤੀਰਥ ਹੈ। ਆ ਤੀਰਥ ਹੈ ਜਦੋਂ ਸਾਨੂੰ ਸਾਡਾ ਮਨ ਨਾ ਹੁੰਦਾ ਪਿਆ, ਆ ਸੰਗਤ ਇਹ ਤੀਰਥ ਹੈ। ਹਉਮੈ ਰਾਵੇ ਪੰਡਿਤ ਪੁੱਛੋ ਤੋ ਮਾਇਆ ਰਾਤੇ, ਤੇ ਪੰਡਤਾਂ ਨੂੰ ਪੁੱਛਣਾ ਸਾਡੇ ਵਿੱਚ ਇਹ ਜਿਹੜਾ ਰਿਵਾਜ ਹਟਦਾ ਨਹੀਂ। ਮਹਾਰਾਜ ਨੇ ਸਾਨੂੰ ਦਿੱਤਾ ਸਭ ਕੁਝ ਹੈ, ਏਡਾ ਵੱਡਾ ਖਜ਼ਾਨਾ ਹੈ ਨਹੀਂ ਕਿਸੇ ਵੀ ਮਤ ਦੇ ਕੋਲ, ਕਿਸੇ ਵੀ ਧਰਮ ਦੇ ਕੋਲ। ਜਿੱਡਾ ਵੱਡਾ ਖਜ਼ਾਨਾ ਸਤਿਗੁਰਾਂ ਨੇ ਆਪਾਂ ਨੂੰ ਦਿੱਤਾ ਹੋਇਆ ਹੈ। ਅਸੀਂ ਗੁਰੂ ਤੋਂ ਪੁੱਛਣ ਦੀ ਬਜਾਏ ਫੇਰ ਪੰਡਤਾਂ ਦੇ ਚੱਕਰ ਕੱਟਦੇ ਹਾਂ, ਫੇਰ ਗ੍ਰਹਿਆਂ ਗ੍ਰਹਾਂ ਵਿੱਚ ਜਾ ਕੇ ਫਸ ਨੇ ਵਸਾ ਲੈਂਦੇ। ਦਿਨਾਂ 'ਚ ਫਸੇ ਦੇਖੇ ਮੈਂ ਸਿੱਖ, ਦਿਨਾਂ 'ਚ ਫਸੇ ਹੋਏ ਨੇ। ਫਿਰ ਵਹਿਮ ਭਰਮ ਜਿਹੜੇ ਬੜ ਕਈ ਤਰ੍ਹਾਂ ਦੇ ਵਹਿਮ ਭਰਮ, ਥੋੜੇ ਆ ਕਿਤੇ ਬੜੇ ਨੇ, ਫਸ ਗਏ, ਫਸਾ ਲੈਂਦੇ ਪੰਡਤ, ਫਸਾ ਲੈਂਦੇ। ਫਿਰ ਜੋ ਵੀ ਤੁਸੀਂ ਪੁੱਛਣਾ ਨਾ, ਤੇ ਉਹਨਾਂ ਨੇ ਤੁਹਾਡੇ ਕੋਲੋਂ ਮਾਇਆ ਲੈਣੀ, ਬਿਨਾਂ ਪੈਸੇ ਤੋਂ ਤੁਹਾਨੂੰ ਕੁਝ ਨਹੀਂ ਦੱਸਣਗੇ। ਸੋ ਅਸਥਾਨ ਬਤਾਵਹੁ ਮੀਤਾ, ਮੇਰੇ ਮਿੱਤਰ, ਮਿੱਤਰ ਇੱਥੇ ਹੁਣ ਸਤ ਸੰਗੀ ਨੂੰ ਵੀ ਕਿਹਾ ਆ, ਤੇ ਦੂਸਰਾ ਗੁਰੂ, ਗੁਰੂ ਹੀ ਸਾਡਾ ਹਰ ਇੱਕ ਰਿਸ਼ਤਾ ਸਾਡਾ ਗੁਰੂ ਦੇ ਨਾਲ ਹੈ। ਤੇ ਮਹਾਰਾਜ ਨੂੰ ਬੇਨਤੀ ਕੀਤੀ, ਕਿਉਂਕਿ ਬੰਦਾ ਕਿਵੇਂ ਉਲਝ ਜਾਂਦਾ ਜੀ, ਤੇਰੇ ਵੀ ਦਿਨ ਬੜੇ ਮਾੜੇ ਚੱਲਦੇ ਪਏ ਨੇ, ਚੱਲ ਫਲਾਨਾ ਪੰਡਿਤ ਹੈਗਾ ਵੀ ਚੱਲ ਉੱਥੇ ਚੱਲ, ਟਾਈਮ ਬੜਾ ਮਾੜਾ ਚੱਲਦਾ, ਫਲਾਨੀ ਜਗ੍ਹਾ ਤੇ ਚੱਲ ਮੱਥਾ ਟੇਕ ਲੱਗਣਾ, ਉੱਥੇ ਚੱਲ। ਏਦਾਂ ਫਿਰ ਮਤਲਬ ਏਦਾਂ ਦੇ ਸਿਸਟਮ 'ਚ ਨਾ ਪਵੇ, ਏਦਾਂ ਮਨ ਨੂੰ ਟਲਾਵੇ ਨਾ। ਮੀਤਾ ਸਾਡਾ ਮਿੱਤਰ ਹੈ ਗੁਰੂ, ਤੇ ਗੁਰੂ ਨੂੰ ਬੇਨਤੀ ਕਰੇ। ਸੋ ਅਸਥਾਨ ਬਤਾਓ ਮੀਤਾ, ਸਤਿਗੁਰੂ ਜੀ ਕਿਰਪਾ ਕਰਦੇ ਹੋ, ਜਾ ਕੈ ਹਰ ਹਰ ਕੀਰਤਨ ਨੀਤਾ, ਜਿੱਥੇ ਹਰ ਵਕਤ ਹੀ ਤੇਰੀ ਸਿਫਤ ਸਲਾਹ ਹੁੰਦੀ ਹੈ, ਉਹ ਜਗ੍ਹਾ ਸਤਿਗੁਰੂ ਜੀ ਮੈਨੂੰ ਦੱਸ ਦਿਓ ਜਿੱਥੇ ਹਰ ਵਕਤ ਹੀ ਤੇਰੀ ਉਸਤਤੀ ਹੋ ਰਹੀ ਹੈ। ਸੋ ਅਸਥਾਨ ਬਤਾਵਹੁ ਮੀਤਾ, ਜਾ ਕੈ ਹਰ ਹਰ ਕੀਰਤਨ। ਦੇ ਕੋਈ ਹੋਰ ਵੀ ਗੱਲ ਹੈ ਨਾ, ਜਿੱਦਾਂ ਅਵਸਥਾ ਵਾਲੇ ਜਿਹੜੇ ਹੁੰਦੇ ਨੇ ਗੁਰਮੁਖ ਪਿਆਰੇ, ਜਿਹੜੇ ਚਾਹਵਾਨ ਨੇ, ਜਿਹੜੇ ਕਹਿੰਦੇ ਵੀ ਭਾਈ ਆਹ ਦੁਨਿਆਵੀ ਧੰਦੇ ਤਾਂ ਖਤਮ ਨਹੀਂ ਹੋਣੇ, ਇਹ ਤਾਂ ਪੂਰੀ ਜ਼ਿੰਦਗੀ ਹੋ ਗਈ ਹੈ, ਤੇ ਬੜੀ ਕੋਸ਼ਿਸ਼ ਕੀਤੀ ਹੈ ਮੈਂ ਸਭ ਕੁਛ ਬਣਾ ਲਵਾਂ ਜੀ, ਪਰ ਲੋੜਾਂ ਹੋਰ ਪੈਦਾ ਹੋ ਜਾਂਦੀਆਂ ਤੇ ਟਾਈਮ ਨਿਕਲਦਾ ਜਾ ਰਿਹਾ, ਤੇ ਰੱਬ ਦੀ ਬੰਦਗੀ ਤਾਂ ਹੋਈ। ਜੇ ਪਾਠ ਕੀਤੇ ਉਹ ਵੀ ਬੱਚਿਆਂ ਵਾਸਤੇ, ਸੇਵਾ ਕੀਤੀ ਉਹ ਵੀ ਬੱਚਿਆਂ ਵਾਸਤੇ, ਵਾਹਿਗੁਰੂ ਜਪਿਆ ਉਹ ਵੀ ਬੱਚਿਆਂ ਵਾਸਤੇ, ਲੰਗਰ ਲਾਏ ਉਹ ਵੀ ਬੱਚਿਆਂ ਵਾਸਤੇ, ਤੇ ਬੰਦਗੀ ਤਾਂ ਹੋਈ ਨਾ, ਸੋਝੀ ਆ ਗਈ। ਫੇਰ ਵੀ ਮੇਰੀ ਕੋਈ ਅਵਸਥਾ ਬਣ ਜਾਵੇ, ਅਵਸਥਾ ਦਾ ਫਿਕਰ ਪਿਆ, ਅਵਸਥਾ ਬਣ ਜਾਵੇ। ਹੁਣ ਅਵਸਥਾ ਵਾਲਾ ਮਿਲੂ ਤਾਂ ਅਵਸਥਾ ਬਣੂ, ਅਵਸਥਾ ਵਾਲਾ ਕੋਈ ਮਿਲੂ ਤਦੇ ਅਵਸਥਾ ਬਣੂ, ਉਹ ਤਾਂ ਕਿੱਦਾਂ ਅਵਸਥਾ ਬਣ ਜਾਊਗੀ। ਫਿਰ ਗੁਰੂ ਨੂੰ ਬੇਨਤੀ ਕਰੀਏ, ਜੇ ਪਾਤਸ਼ਾਹ ਮੈਨੂੰ ਐਸੀ ਜਗ੍ਹਾ ਦੱਸ ਦਿਓ, ਉਹ ਹਿਰਦਾ ਮੈਨੂੰ ਮਿਲ ਜਾਵੇ, ਜਾ ਕੇ ਹਰ ਹਰ ਕੀਰਤਨ ਨਿੱਤਾ, ਜਿਸ ਦੇ ਅੰਦਰ ਹਰ ਵਕਤ ਕੀਰਤੀ ਚੱਲਦੀ ਹੈ। ਕਿਉਂਕਿ ਅਸੀਂ ਜਿਹੜੇ ਸਾਧ ਸੰਗਤ ਦੇ ਸਥਾਨ ਆ, ਦੇਖਦੇ ਸਵੇਰੇ ਸ਼ਾਮ ਦੀਵਾਨ ਲੱਗਦੇ ਨੇ, ਹੁਣ ਆਪਾਂ ਵੀ ਆਨਲਾਈਨ ਬੈਠਦੇ ਹਾਂ, ਸਵੇਰੇ ਸ਼ਾਮ ਬੈਠਦੇ ਹਾਂ ਭਾਈ। ਸੋ ਐਸੇ ਹਿਰਦੇ ਨੇ ਜਿੱਥੇ ਅਠੇ ਪਹਿਰ ਕੀਰਤੀ ਹੁੰਦੀ। ਹੁਣ ਹਿਰਦੇ ਤੇ ਮੈਨੂੰ ਆਪਣੀ ਖਬਰ ਨਹੀਂ, ਮੈਂ ਦੂਸਰੇ ਦੇ ਹਿਰਦੇ ਬਾਰੇ ਕਿੱਦਾਂ ਜਾਣ ਸਕਦਾ? ਇਹਦਾ ਗੁਰੂ ਹੀ ਦੱਸ ਸਕਦਾ ਵੀ ਹਾਂ ਵੀ ਫਲਾਨਾ ਹੈ। ਸੋ ਅਸਥਾਨ ਬਤਾਵਹੁ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਮੈਂ ਚਾਹੁੰਦਾ ਮੇਰੇ ਅੰਦਰ ਹਰ ਸਮੇਂ ਕੀਰਤੀ ਹੋਵੇ ਪਰਮੇਸ਼ਰ ਦੀ, ਤੇ ਮੈਨੂੰ ਜਗ੍ਹਾ ਦੱਸ ਦਿਓ ਜਿਸ ਜਗ੍ਹਾ ਤੇ ਜਾ ਕੇ ਮੈਂ ਬੈਠ ਕੇ ਭਜਨ ਕਰਾਂ ਤੇ ਮੇਰੇ ਅੰਦਰ ਕੀਰਤੀ ਚੱਲ ਜਾਵੇ। ਤੇ ਉਹ ਫਿਰ ਸੋਝੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੰਦੇ ਆ। ਕਿਸੇ ਗੁਰਮੁਖ ਨਾਲ ਮੇਲ ਸਾਨੂੰ ਸੋਝੀ ਦੇਤੀ, ਕਿਹੜਾ ਸਥਾਨ ਕਿੱਦਾਂ, ਤੇ ਉਹ ਮਹਾਰਾਜ ਨੇ ਸੋਝੀ ਦੇਣੀ। ਵੀ ਸੱਚੇ ਪਾਤਸ਼ਾਹ ਤਾਂ ਇਹ ਕਹਿੰਦੇ ਹੁੰਦੇ, ਵੈਸੇ ਉਹਨੇ ਕਹਿਣਾ ਵੀ ਜਿੱਥੇ ਤੂੰ ਹੈਗਾ ਇਹੋ ਹੀ ਸਥਾਨ ਹੈ, ਹੋਰ ਕੋਈ ਸਥਾਨ ਨਹੀਂ ਹੈ, ਆਹ ਹੀ ਸਥਾਨ।
ਨਾਲੇ ਆ ਜਿਹੜਾ ਸਾਡਾ ਸਰੀਰ, ਇਹੀ ਤਾਂ ਆਸਣ, ਇਹੋ ਹੀ ਆਸਣ ਹੈ, ਇੱਥੇ ਹੀ ਬਹਿਣਾ ਹੈ ਬਸ, ਇਹਦੇ ਚ ਟਿਕਣਾ ਆ, ਆਪਣੇ ਆਸਣ ਤੇ ਟਿਕਣਾ ਆ। ਵੀ ਆਪਾਂ ਆਪਣਾ ਆਸਣ ਮੰਨ ਲਓ, ਆਪਣੇ ਆਪਣੇ ਆਸਣ ਤੇ ਬਹਿ ਜਾਓ, ਪਰ ਭਾਈ ਆਪਣੇ ਸਰੀਰ ਨੂੰ ਮੰਨ ਲਓ, ਸਰੀਰ ਤੇ ਬੈਠੋ, ਸਰੀਰ ਚ ਬੈਠੋ, ਮਤਲਬ ਤਾਂ ਇਹੋ ਹੀ ਆ। ਸਰੀਰ ਕਿਤੇ ਬੈਠਾ ਹੁੰਦਾ ਸੀ, ਕਿਤੇ ਘੁੰਮਦੇ, ਕੀਰਤੀ ਕਿੱਦਾਂ ਹੋਈ ਉਹਦੀ? ਬੜਾ ਗੂੜਾ ਸੰਬੰਧ ਹੈ। ਬਿਨਾਂ ਸਰੀਰ ਤੋਂ ਕੀਰਤੀ ਨਹੀਂ ਕੀਤੀ ਜਾ ਸਕਦੀ। ਕੀਰਤੀ ਕਰਨ ਵਾਸਤੇ ਤਾਂ ਸਰੀਰ ਲਿਆ, ਕੀਰਤੀ ਕਰਨ ਵਾਸਤੇ ਸਰੀਰ ਲਿਆ। ਹੁਣ ਉਹਨੇ ਸਰੀਰ ਦੇ ਦਿੱਤਾ, ਸਰੀਰ ਕਿਤੇ ਪਿਆ ਹੁੰਦਾ ਤੇ ਮਨ ਕਿਤੇ ਭਜਦਾ ਹੁੰਦਾ। ਰਹਾਓ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ। ਹੁਣ ਜਿਹੜੀਆਂ ਸਿਮਰਤੀਆਂ ਸ਼ਾਸਤਰ ਵੇਦ ਨੇ, ਇਹਨਾਂ ਵਿੱਚ ਪਾਪ ਤੇ ਪੁੰਨ ਦੀ ਵਿਚਾਰ। ਹੁਣ ਇਹ ਸ਼ਾਸਤਰ ਵੇਦ, ਇੱਥੇ ਵੇਦਾਂ ਦੀ ਵੀ ਗੱਲ ਕਹਿਤੀ, ਕਿਉਂਕਿ ਸ਼ਾਸਤਰ ਵੀ ਤਾਂ ਵੇਦਾਂ ਚੋਂ ਨਿਕਲੇ ਹੋਏ ਨੇ। ਏਦਾਂ ਵੀ ਸ਼ਾਸਤਰਾਂ ਦੇ ਵਿੱਚ ਨਿਰੀ ਪਾਪ ਪੁੰਨ ਦੀ ਗੱਲ ਹੈ, ਵੇਦਾਂ ਵਿੱਚ ਨਾ ਹੁੰਦੀ ਵੀ ਹੈਗੀ। ਜੇ ਸ਼ਾਸਤਰ ਵੇਦਾਂ ਚ ਨਿਕਲੇ ਤਾਂ ਵੇਦਾਂ ਵਿੱਚ ਹੀ ਪਾਪ ਪੁੰਨ ਦੀ ਗੱਲ ਹੈ। ਵੇਦਾਂ ਵਿੱਚ ਵੀ ਰਿਸ਼ੀਆਂ ਮੁਨੀਆਂ ਨੂੰ ਪਾਪ ਪੁੰਨ ਤਾਂ ਹੀ ਸੋਝੀ ਸੀ, ਇਸ ਕਰਕੇ ਉਹਨਾਂ ਨੇ ਪਾਪ ਪੁੰਨ ਦੀਆਂ ਗੱਲਾਂ ਵਿੱਚੋਂ ਕੱਢ ਲਈ, ਕਿਉਂਕਿ ਸਵਰਗ ਤਿੱਕਰ ਸੀਮਤ ਸੀਗੇ। ਜਿਨ੍ਹਾਂ ਨੇ ਪਾਪ ਪੁੰਨ ਨੂੰ ਰੱਦ ਕਰ ਦਿੱਤਾ ਨਾ, ਸੰਤਨ ਦਊ ਰਾਧੇ, ਸਭ ਪਾਪ ਪੁੰਨ ਦੀ ਗੱਲ ਨਹੀਂ, ਇਹ ਚ ਪੈਣਾ ਹੀ ਨਹੀਂ ਅਸੀਂ। ਤੇ ਉਹ ਫਿਰ ਉਹਨਾਂ ਨੇ ਨਾਮ ਲੱਭਿਆ ਜੀ। ਲੱਭਣਾ ਕਿੱਥੇ ਸੀ? ਅੰਦਰੋਂ ਹੀ, ਅੰਦਰੋਂ ਹੀ ਲੱਭਣਾ ਸੀ ਨਾ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ, ਅੰਦਰੋਂ ਹੀ ਖੁੱਲਣਾ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ, ਨਰਕ ਸੁਰਗ ਫਿਰ ਅਵਤਾਰ। ਪਾਪ ਪੁੰਨ ਦਾ ਰਿਜ਼ਲਟ ਕੀ ਹੈ? ਇਹਦਾ ਰਿਜ਼ਲਟ ਇਹ ਵੀ ਜਦੋਂ ਪੁੰਨ ਦਾ ਰਿਜ਼ਲਟ, ਫਲ ਜਿਹੜਾ ਆ ਉਹ ਨਰਕ ਹੈ, ਪੁੰਨ ਦਾ ਰਿਜ਼ਲਟ ਜਿਹੜਾ ਆ ਉਹ ਸਵਰਗ ਹੈ, ਜਿਹੜਾ ਪਾਪ ਹੈ ਉਹਦਾ ਰਿਜ਼ਲਟ ਜਾਂਦਾ ਨਰਕ। ਦੋਨੇ ਉੱਥੇ ਸੁਖੀ ਜੀਵਨ ਆ, ਉੱਥੇ ਦੁਖੀ ਜੀਵਨ ਹੈ। ਅਸੀਂ ਤਾਂ ਆਪਣਾ ਜੀਵਨ ਖਤਮ ਕਰਨਾ, ਆਪਣਾ ਜੀਵਨ ਉਹਦੇ ਵਿੱਚ ਅਭੇਦ ਕਰਨਾ, ਇਹੀ ਇਹਨਾਂ ਚੀਜ਼ਾਂ ਚ ਨਹੀਂ ਜਾਣਾ। ਇਸ ਕਰਕੇ ਪਾਪ ਸਵਰਗ ਨਰਕ ਏਦਾਂ ਹੀ ਹੈ ਜਿੱਦਾਂ ਹੁਣ ਧਰਤੀ ਤੇ ਇੱਥੇ ਆਪਾਂ ਰਹਿ ਰਹੇ, ਕੁਝ ਅਮੀਰ ਨੇ ਕੁਝ ਗਰੀਬ ਨੇ। ਧਰਤੀ ਤਾਂ ਇੱਕੋ ਹੀ ਆ ਨਾ, ਧਰਤੀ ਤਾਂ ਇੱਕੋ ਹੀ ਹੈ। ਚੰਦ ਸੂਰਜ ਉਹੀ ਸਾਨੂੰ ਆ ਰਹੇ ਨੇ ਸਾਡੇ ਕੋਲ, ਸਾਨੂੰ ਸੇਵਾ, ਚੰਦ ਸੂਰਜ ਜਾ ਕੇ ਤਬ ਤੇ ਸੇਵਾ, ਚੰਦ ਸੂਰਜ ਸੇਵਾ ਚ ਲੱਗੇ ਹੋਏ ਨੇ ਸਾਰੇ। ਇਸ ਕਰਕੇ ਨਰਕ ਸੁਰਗ ਹੀ ਹੈ ਇਹਦੇ ਵਿੱਚ। ਫਿਰ ਅਵਤਾਰ ਬਾਰ ਕਿਤੇ, ਕਦੀ ਨਰਕਾਂ ਵਿੱਚ ਜਾਂਦਾ, ਕਦੀ ਸਵਰਗਾਂ ਵਿੱਚ ਜਾਂਦਾ। ਅਵਤਾਰ ਹੁੰਦਾ ਜਨਮ ਲੈ ਲੈਣਾ, ਅਵਤਾਰ ਉੱਤਰ ਆਉਣਾ, ਅਵਤਾਰ ਉਹਨੂੰ ਕਿਹਾ ਜਾਂਦਾ ਹੈ। ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ। ਹੁਣ ਇੱਥੇ ਸੰਸਾਰ ਦੇ ਵਿੱਚ ਕੁਝ ਗ੍ਰਸਤੀ ਨੇ, ਕੁਝ ਉਦਾਸੀ ਨੇ। ਹੁਣ ਜਿਹੜੇ ਗ੍ਰਸਤੀ ਨੇ, ਅਸੀਂ ਕਹੀਏ ਵੀ ਬਈ ਘਰ ਬਾਰ ਨਾ ਛੱਡੋ, ਰੱਬ ਘਰ ਵਿੱਚ ਹੀ ਹੈ। ਰੱਬ ਗ੍ਰਸਤੀਆਂ, ਗ੍ਰਸਤ ਨਾ ਛੱਡੋ, ਗ੍ਰਸਤ ਧਰਮ ਵਿੱਚ ਰੱਬ ਪਾਇਆ ਜਾਂਦਾ ਹੈ ਨਾ, ਏਦਾਂ ਥੋੜੀ ਫਿਰ ਪਾਇਆ ਜਾਂਦਾ। ਗ੍ਰਸਤੀ ਇੱਧਰ ਸਾਰੇ ਗ੍ਰਸਤੀ ਰੱਬ ਨੂੰ ਪਾਲਣ, ਗ੍ਰਸਤੀ ਬਣ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁੰਨ ਦਾਨ ਕਾ ਕਰੇ ਸ਼ਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਸੋ ਭਾਈ ਗ੍ਰਸਤੀ ਹੁੰਦਾ ਜਿਸ ਦੇ ਦੁਆਰੇ ਤੇ ਆਣ ਕੇ ਨੰਗਾ ਨਾ ਜਾਵੇ, ਭੁੱਖਾ ਨਾ ਜਾਵੇ। ਗ੍ਰਸਤੀ ਪਹਿਲੀ ਗੱਲ ਤਾਂ ਏਦਾਂ ਆਪਣੇ ਆਪ ਨੂੰ ਬਣਾ ਕੇ ਰੱਖਿਓ। ਤੇ ਫਿਰ ਭਜਨ ਬੰਦਗੀ ਜਿਹੜਾ ਉਹਦਾ ਲੜ ਨਾ ਛੱਡੇ, ਦਸਾਂ ਨਾਹਾਂ ਦੀ ਕਿਰਤ ਕਰੇ। ਫਿਰ ਚੋਰੀ ਠੱਗੀ ਵਾਲ ਫਰੇਬ ਧੋਖਾ, ਇਹਨਾਂ ਚੀਜ਼ਾਂ ਤੋਂ ਉਹ ਪਰਹੇਜ਼ ਰੱਖੇ, ਬਚ ਕੇ ਰਹੇ। ਛੇਕ ਤੇ ਜਾ ਕੇ ਉਹ ਜਿਹੜਾ ਘਰ ਜਿਹੜਾ ਉਹ ਸੱਚਖੰਡ ਦਾ ਰੂਪ ਬਣ ਜਾਂਦਾ। ਤੇ ਜੇ ਹੁਣ ਭਾਈ ਉੱਥੇ ਨਾ ਕਦੀ ਪਾਠ ਹੈ, ਨਾ ਕਦੀ ਸੰਗਤ ਹੋਈ ਹੈ, ਨਾ ਕਿਸੇ ਭੁੱਖੇ ਨੂੰ ਰੋਟੀ ਮਿਲੀ ਹੈ, ਨਾ ਨੰਗੇ ਨੂੰ ਕੱਪੜਾ, ਤੇ ਉਸ ਵੇਲੇ ਕਬੀਰ ਸਾਹਿਬ ਜੀ ਗੱਲ ਕਹਿਤੀ, ਤੇ ਘਰ ਮਰਗਟ ਸਾਰ ਕੇ ਭੂਤ ਬਸੇ ਤਿਸ ਮਾਹੀ। ਉਹ ਘਰ ਥੋੜੀ, ਤਾਂ ਸ਼ਮਸ਼ਾਨ ਘਾਟ ਰਹਿਣੇ ਵਾਲੇ ਭੂਤ ਨੇ ਕਹਿੰਦੇ। ਇਹਦੇ ਇਹ ਨੀ ਵੀ ਗ੍ਰਸਤੀ ਹੈਗਾ ਤੂੰ ਤੇ ਕਰਦਾ ਕੁਛ ਹੈ ਨਹੀਂ।
ਬੰਦਗੀ ਹੈ ਨਹੀਂ ਤੇਰੀ ਤੇ ਫੇਰ ਥੋੜੀ ਭਾਰਤ ਰਹਿਣਾ, ਉੱਥੇ ਚਿੰਤਾ ਹੀ ਬਣੀ ਰਹਿਣੀ, ਚਿੰਤਾ ਹੀ ਬਣੀ ਰਹਿਣੀ। ਗ੍ਰਸਤ ਮੈਂ ਚਿੰਤ, ਉੱਥੇ ਚਿੰਤਾ ਦੇਖਣ ਚਾਹੁੰਦੀ, ਉਦਾਸ ਹੰਕਾਰ, ਉਦਾਸੀ ਬਣ ਗਿਆ ਵੀ ਰੱਬ ਪਾਉਣਾ ਆ ਤੇ ਉਦਾਸੀ ਬਣਦਿਆਂ ਸਿਰ ਮੈਂ ਘਰ-ਬਾਰ ਛੱਡਿਆ, ਪਰਿਵਾਰ ਛੱਡਿਆ ਤੇ ਮੈਂ ਆਹ ਚੀਜ਼ਾਂ ਛੱਡੀਆਂ ਹਨਾ। ਇਹਦਾ ਨਹੀਂ, ਹੰਕਾਰ ਹੀ ਨਹੀਂ ਇਹਦਾ ਸਾਰੀ ਜ਼ਿੰਦਗੀ ਦੱਸਦਾ, ਬਸ ਅਸੋ ਹੰਕਾਰ ਦੀ ਸਾਰੀ ਉਮਰ ਬਤੀਤ ਹੋ ਜਾਂਦੀ। ਕਰਮ ਕਰਤ ਜੀ ਕਉ ਜੰਝਾਲ, ਇੱਕ ਕਰਮ ਕਾਂਢ ਹੀ ਨੇ, ਕਰਮ ਕਰਤ। ਹੁਣ ਕਰਮ ਕਾਂਡ ਇੱਕ ਹੁੰਦਾ ਗ੍ਰਸਤੀ, ਜਿਹੜਾ ਕਰਮ ਵੀ ਕੋਈ ਨਹੀਂ ਕਰਦਾ, ਧਰਮ ਕਰਮ ਕੋਈ ਨਹੀਂ ਕਰਦਾ, ਹਰ ਵਕਤ ਚਿੰਤਾ। ਹੁਣ ਇੱਕ ਕਰਮ ਕਾਂਢ ਹੀ ਹੈ, ਧਾਰਮਿਕ ਕਰਮ ਕਰਨੇ ਵਾਲੇ, ਉਹਦੇ ਨਾਲ ਕੀ ਹੁੰਦਾ ਸੋ ਕਿ ਆਪਣੇ ਆਪ ਨੂੰ ਜੰਜੀਰਾਂ 'ਚ ਜਕੜ ਲੈਂਦਾ, ਜਿੰਨੇ ਕਰਮ ਕਾਂਢੀ। ਕਰਮ ਕਾਂਡ ਤਾਂ ਸਾਨੂੰ ਇੱਕ ਪੈਰ ਨਹੀਂ ਅੱਗੇ ਤੁਰਨ ਦਿੰਦੇ, ਜਿਹੜੇ ਕਰਮ ਕਾਂਡ ਹੈ, ਜਿਹੜੇ ਜਿਹਨੂੰ ਅਸੀਂ ਮਰਜ਼ਾਦਾ ਕਹਿੰਦੇ ਹਾਂ। ਮਰਜ਼ਾਦਾ ਏਦਾਂ ਕਹਿੰਦੀ, ਮਰਜ਼ਾਦਾ ਨੇ ਆਲੇ ਦੁਆਲੇ ਸਾਡੇ ਸਾਰੇ ਦੀਵਾਰਾਂ ਖੜੀਆਂ ਕਰ ਦਿੰਦੀਆਂ, ਸਾਡੀ ਮਰਜ਼ਾਦਾ ਪਰਿਵਾਰਾਂ ਤੋਂ ਵੀ ਅਲੱਗ ਹੋ ਗਿਆ ਮਰਜ਼ਾਦਾ ਕਰਕੇ, ਆਪਣੇ ਹੀ ਪਰਿਵਾਰ ਤੋਂ ਅਲੱਗ ਹੋ ਜਾਂਦਾ ਮਰਜ਼ਾਦਾ ਕਰਕੇ। ਬਈ ਇਹ ਤਾਂ ਅਸੂਲ ਸਿਰਫ ਤੇਰੇ ਆਪਣੇ ਵਾਸਤੇ, ਤੂੰ ਇਹਦੇ ਚੋਂ ਗਾਹਾਂ ਅੱਗੇ ਨਿਕਲਣਾ, ਅੰਦਰਲੀ ਅਵਸਥਾ ਤੇਰੀ ਚੱਲਣੀ ਸੀ, ਉੱਥੇ ਤੇਰਾ ਡੱਕਾ ਲੱਗ ਗਿਆ, ਉੱਥੇ ਤੇ ਰੋਗ ਲੱਗ ਗਿਆ। ਮਰਜ਼ਾਦਾ ਉਹ ਹੋਇਆ ਜਿਹਦੇ ਨਾਲ ਦੂਸਰੇ ਨੂੰ ਕੋਈ ਦੁੱਖ ਨਾ ਪਹੁੰਚੇ, ਦੂਸਰੇ ਨੂੰ ਦੁੱਖ ਪਹੁੰਚਦਾ ਫਿਰ ਤਾਂ ਕਰਮ, ਉਹ ਕਰਮ ਕਾਂਡ ਫੋਕਾ ਕਰਮ ਕਾਂਡਿਆ। ਰਸ ਲੈ ਰਸ, ਆਪ ਰਸ ਲੈ, ਤੈਨੂੰ ਰਸ ਆ ਰਿਹਾ ਤੇ ਦੂਸਰੇ ਨੂੰ ਦੁੱਖ ਨਾ ਪਹੁੰਚੇ, ਠੀਕ ਨਹੀਂ। ਇਹ ਆਪ ਮਲਿਕ ਨੇ ਅਨੇਕਾਂ ਵੀ ਘਟਨਾਵਾਂ ਏਦਾਂ ਦੀਆਂ ਹੈ, ਸਾਖੀਆਂ ਵੀ ਹੋਈਆਂ। ਕਰਮ ਕਰਤ ਜੀ ਕਉ ਕਰ, ਧਾਰਮਿਕ ਕਰਮ ਕਰ ਹਨਾ, ਤੇ ਜੰਜਾਲ ਨਾ ਪੈ ਜਾਵੇ। ਜੀ ਕਉ ਜੰਜਾਲ, ਉਹ ਤੇਰਾ ਕਰਮ ਕਿਤੇ ਜੰਜਾਲ ਨਾ ਬਣ ਜਾ, ਤੈਨੂੰ ਬੰਨ ਨਾ ਲੱਗੇ, ਫੇਰ ਇਹਨੂੰ ਸਮਝ ਲਓ ਕਿਤੇ ਆਪਾਂ ਇਹ ਚੀਜ਼ ਕਿਤੇ ਮਾਰ ਨਾ ਖਾ ਜਾਈਏ, ਕਿਉਂਕਿ ਕਰਮ ਤਾਂ ਕਰਨਾ ਪੈਣਾ ਜੀ ਸਾਨੂੰ। ਕਰਮ ਜਿਹੜਾ ਧਾਰਮਿਕ ਕਰਮ ਹੈ, ਸਾਡਾ ਕਰਮ ਕਾਂਡ ਹੈ। ਸਵੇਰੇ ਉੱਠਣਾ, ਇਸ਼ਨਾਨ ਕਰਨਾ, ਬਾਣੀਆਂ ਪੜ੍ਹਨੀਆਂ, ਇਸ ਤਰ੍ਹਾਂ ਹੀ ਸੰਗਤ ਕਰਦੇ ਆ, ਲੰਗਰ ਲਾਉਂਦੇ ਆ, ਸੇਵਾ ਕਰਦੇ, ਸਭ ਕਰਮ ਕਾਂਡ ਹੈ, ਟੋਟਲੀ ਕਰਮ ਕਾਂਡ ਹੈ। ਔਰ ਇਹ ਤੋਂ ਬਿਨਾਂ ਗੱਲ ਵੀ ਨਹੀਂ ਬਣਨੀ, ਕਰਮ ਕਾਂਡ ਕਰਨਾ ਹੈ, ਇਹ ਨਹੀਂ ਵੀ ਨਹੀਂ ਕਰਨਾ। ਹੰਕਾਰ ਨਾ ਬਣੇ, ਦੂਜਾ ਰਸ ਆਵੇ, ਇਹ ਗੱਲ ਜ਼ਰੂਰੀ ਹੈ। ਜੇ ਹੰਕਾਰ ਆ ਰਿਹਾ, ਰਸ ਨਹੀਂ ਬਣਦਾ, ਅਸੀਂ ਇਹਨੂੰ ਬਦਲਣਾ ਹੈ। ਅਸੀਂ ਜਾਂ ਗੁਰੂ ਸਾਹਿਬ ਕੋਲ ਬੇਨਤੀ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਵੀ ਜਿਹੜਾ ਮੇਰੇ ਕੋਲ ਤੂੰ ਕਰਮ ਕਾਂਡ ਕਰਾਉਣਾ, ਕਰਮ ਕਾਂਡ ਤਾਂ ਇਹੋ ਹੀ ਹੈ ਨਾ, ਜਿਹੜੀ ਚੀਜ਼ ਹੀ ਨੇਮ ਨਾ ਕਰਨ ਲੱਗ ਪੈਂਦੇ, ਕਰਮ ਕਾਂਡ ਤਾਂ ਇਹਨੂੰ ਕਹਿੰਦੇ ਕਰਮ ਕਾਂਡ। ਤੇ ਮਹਾਰਾਜ ਨੂੰ ਬੇਨਤੀ ਕਰਨੀ, ਸੱਚੇ ਪਾਤਸ਼ਾਹ ਵੀ ਜੋ ਤੂੰ ਮੇਰੇ ਕੋਲ ਅਜਾਪ ਤਪ ਕਰਾਉਣਾ, ਸੇਵਾ ਸਿਮਰਨ ਕਰਾਉਣਾ, ਮੈਨੂੰ ਇਹ 'ਚ ਰਸ ਬਣਨਾ ਚਾਹੀਦਾ। ਇਹ ਅਰਦਾਸ ਬੇਨਤੀ ਸੀ ਕਰਨੀ ਮਹਾਰਾਜ ਦੇ ਚਰਨਾਂ ਵਿੱਚ। ਇਹ ਜੰਜਾਲ ਨਾ ਬਣ ਜਾਵੇ ਵੀ ਮੈਂ ਇਹ ਆਪਣਾ ਆ ਜਿਹੜਾ ਮੇਰਾ ਨੇਮ ਕਰਦਾ ਪਿਆ, ਮੇਰੀ ਸੇਵਾ ਨਾ ਕਿਤੇ ਰਹਿ ਜਾਵੇ, ਮੈਂ ਸੇਵਾ ਕਰਨੀ ਹੀ ਕਰਨੀ, ਦੂਸਰੇ ਪਾਸੇ ਮੇਰੀ ਵੱਧ ਲੋੜ ਪੈ ਰਹੀ ਹੈ, ਮੈਂ ਉਧਰ ਨੂੰ ਨਹੀਂ ਜਾਣਾ ਨਾ, ਮੈਂ ਆਪ ਇਹਨੂੰ ਕਰਮ ਕਰ ਲਵਾਂ, ਉਹ ਜੰਜਾਲ ਬਣ ਜਾਂਦਾ। ਫਿਰ ਕੇਵਲ ਐਸਾ ਵੀ ਹੁੰਦਾ, ਵਾਹਿਗੁਰੂ ਦਾ ਸਿਮਰਨ ਕਰਦੇ, ਉਹ 'ਚ ਰਸ ਬਣ ਲੱਗ ਪੈਂਦਾ, ਫਿਰ ਮੈਨੂੰ ਆਉਂਦਾ ਵੀ ਮੇਰੀਆਂ ਬਾਣੀਆਂ ਰਹਿ ਜਾਣੀਆਂ। ਅੱਛਾ, ਉਹ ਰਸ ਬਣਿਆ ਮੈਂ ਛੱਡ ਕੇ ਪਾਠ ਕਰਨਾ ਸ਼ੁਰੂ ਕਰ। ਕੇਵਲ ਐਸਾ ਹੁੰਦਾ ਵੀ ਪਾਠ ਕਰਦੇ ਰਸ ਬਹੁਤ ਬਣਿਆ ਹੁੰਦਾ ਵੀ ਉਹ ਆਪਣਾ ਮੇਰਾ ਸਿਮਰਨ, ਗੁਰੂ ਮੰਤਰ ਦਾ ਜਾਪ ਹਨਾ, ਕੋਈ ਜਿਹਨੂੰ ਰਸ, ਜਿੱਥੇ ਰਸ ਬਣ ਗਿਆ ਉਹ ਲੈਣਾ ਚਾਹੀਦਾ। ਜਪਜੀ ਸਾਹਿਬ 'ਚ ਰਸ ਬਣਦਾ ਪਿਆ, ਪਰ ਉਹ ਰਸ ਲੈ, ਨਹੀਂ ਮੇਰਾ ਤਾਂ ਸੁਖਮਨੀ ਸਾਹਿਬ ਰਹਿ ਗਿਆ। ਇਹ ਨਹੀਂ, ਏਦਾਂ ਕਰਮ ਕਾਂਡ 'ਚ ਨਹੀਂ ਪੈਣਾ। ਇਹ ਅਸੀਂ ਸਾਨੂੰ ਆਪਣੇ ਆਪ ਨੂੰ ਦੇਖਣਾ ਪੈਣਾ ਵੀ ਮੇਨ ਆ ਵੀ ਰਸ ਬਣਨਾ ਚਾਹੀਦਾ, ਅਵਸਥਾ ਬਣਨੀ ਚਾਹੀਦੀ ਹੈ, ਲਿਵ ਲੱਗਣੀ ਚਾਹੀਦੀ। ਇਹ ਤਾਂ ਅਸੀਂ ਆਪਣੇ ਆਪ ਨੂੰ ਬੰਨ ਲਵਾਂਗੇ। ਜੀ ਕਉ ਜੰਜਾਲ, ਇਹ ਅਸੀਂ ਖੁਦ ਆਪਣੇ ਆਪ ਨੂੰ ਬੰਨਦੇ, ਖੁਦ ਅਸੀਂ ਦੋਸ਼ੀ ਹਾਂ। ਸਾਡੀ ਅੰਦਰ ਬ੍ਰਹਮ ਦਾ ਦਰਿਆ ਉਹ ਨਹੀਂ ਫਿਰ ਚੱਲ ਸਕਦਾ। ਕਰਮ ਕਰਤ
ਜੀ ਕਉ ਜੰਜਾਰ। ਇਹ ਧਾਰਮਿਕ ਕੰਮਾਂ ਦੀ ਗੱਲ ਹੈ ਸਾਰੀ, ਹੋਰ ਨਹੀਂ ਗੱਲ ਹੈ। ਬਾਕੀ ਤਾਂ ਬਾਕੀ ਵੀ ਲੈ ਸਕਦੇ ਆ, ਜਿਹੜੇ ਅਸੀਂ ਪਰਿਵਾਰਕ ਕੰਮ ਕਾਰ ਕਰਦੇ ਆ, ਹੋਰ ਸਾਡਾ ਕਾਰੋਬਾਰ ਹੈ, ਜਿੰਨੇ ਧੰਦੇ ਹੈ, ਇਹ ਸਾਰੇ ਅਸੀਂ ਆਪਣੇ ਨੂੰ ਬੰਨ, ਧੰਦਿਆਂ ਵਿੱਚ ਫਸ ਗਏ, ਧੰਦਿਆਂ 'ਚ ਬੰਨ ਲਿਆ ਸੀ ਆਪਣੇ ਆਪ ਨੂੰ। ਇਹ ਵੀ ਹਾਂ, ਇਹ ਵੀ ਬਣਦਾ ਜੀ। ਪ੍ਰਭ ਕਿਰਪਾ ਤੇ ਮਨ ਵਸ ਆਇਆ। ਪ੍ਰਮਾਤਮਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਜਿਹੜਾ ਮਨ ਵਸ ਵਿੱਚ ਆਉਂਦਾ। ਏਦਾਂ ਨਹੀਂ ਵੀ ਹਾਂ ਵੀ ਮੈਂ ਜੀ ਲਗਾਤਾਰ 2 ਘੰਟੇ ਬਹਿਣਾ, ਤੇ 2 ਘੰਟੇ ਬੈਠਾ ਤਾਂ ਮਨ ਕਿੰਨਾ ਚਿਰ ਬੈਠੇ, ਲਾਓ ਤਾਂ ਸਾਲ। ਮੈਂ ਲਾ ਲਿਆ ਵੀ ਮੈਂ ਇੰਨਾ ਚਿਰ ਬਹਿਣਾ, ਫਲਾਨਾ ਤੇ ਫਲਾਨੇ ਦਾ ਚੌਕੜਾ ਲੈ ਵੀ ਇੰਨਾ ਹੈ, ਮੈਂ ਵੀ ਬਹਿਣਾ। ਤੂੰ 2 ਘੰਟੇ ਬੈਠਾ ਤੇ ਮਨ ਵੇਖ, ਮੈਂ ਏਦਾਂ ਕਰਾਂ, ਮੈਂ ਆਹ ਕਰਮ ਕਰਾਂ, ਏਦਾਂ ਕਰਾਂ, ਸੇਵਾ ਕਰਾਂ। ਤੂੰ ਮਨ ਦੇਖ, ਮਨ ਵਸ ਵਿੱਚ ਆਇਆ? ਨਹੀਂ ਆਇਆ ਜੀ। ਇਹ ਰੱਬ ਦੀ ਕਿਰਪਾ ਤੋਂ ਬਿਨਾਂ ਮਨ ਵਸ ਵਿੱਚ ਨਹੀਂ। ਇਸ ਕਰਕੇ ਕਰਮ ਕਰ, ਸੇਵਾ ਕਰਤ ਹੋਏ ਨਿਹਕਾਮੀ। ਕਰਮ ਕਰਤ ਤੇ ਕਹਿਣਾ ਇਹੋ ਹੀ ਹੈ, ਮਹਾਰਾਜ ਮੇਰੇ ਕੋ ਨਹੀਂ ਹੁੰਦਾ, ਤੂੰ ਕਰਵਾ ਤੇ ਕਿਰਪਾ ਕਰਦੇ, ਮੇਰਾ ਮਨ ਮੇਰੇ ਵਸ ਵਿੱਚ ਆ ਜਾਵੇ। ਮੇਰਾ ਮਨ ਮੇਰੇ ਹੀ ਵਸ ਵਿੱਚ ਨਹੀਂ ਹੈ। ਤਾਂ ਬੜੀ ਹੈਰਾਨਗੀ ਦੀ ਗੱਲ, ਮੇਰਾ ਆਪਣਾ ਮਨ ਹੈ, ਮੇਰੀ ਗੱਲ ਨਹੀਂ ਸੁਣਨ ਨੂੰ ਤਿਆਰ। ਬੱਚਾ ਆਪਣਾ ਹੋਵੇ ਤੇ ਆਪਣੀ ਹੀ ਗੱਲ ਨਾ ਸੁਣੇ, ਤੇ ਗੁਆਂਢੀਆਂ ਦੀਆਂ ਗੱਲਾਂ ਸੁਣੇ ਤੇ ਗੁੱਸਾ ਨਹੀਂ ਆਉਂਦਾ? ਗੁੱਸਾ ਆਉਂਦਾ ਹੀ ਹੈ। ਤੂੰ ਦੱਸ, ਤੂੰ ਮਾਂ ਬਾਪ ਦੀ ਗੱਲ ਨਹੀਂ ਮੰਨਦਾ, ਦੂਜਿਆਂ ਦੀਆਂ ਗੱਲਾਂ ਸੁਣਦਾ। ਕਦੇ ਇੱਧਰਲੇ ਪਾਸੇ ਨੂੰ ਸਾਡਾ ਧਿਆਨ ਨਹੀਂ ਹੈ। ਮੇਰਾ ਹੀ ਮਨ ਹੈ, ਮੇਰੀ ਗੱਲ ਸੁਣਨ ਨੂੰ ਤਿਆਰ ਨੇ। ਫਿਰ ਇਹਨੂੰ ਕਹਿਣਾ ਭਾਈ ਜਿਹੜਾ ਇਹ ਸਾਡੀ ਗੱਲ ਸੁਣਦਾ, ਗੁਰੂ ਨੂੰ ਕਹਿਣਾ, ਸੱਚੇ ਪਾਤਸ਼ਾਹ ਜੀ ਮੈਂ ਸਭ ਕੁਛ ਕਰਦਾ, ਇਹ ਮੇਰੇ ਵੱਸ ਵਿੱਚ ਨਹੀਂ ਆਉਂਦਾ। ਅੱਛਾ, ਫੇਰ ਗੱਲ ਹੋ ਜਾਂਦੀ। ਹੁਣ ਉਹ ਸੱਚੇ ਪਾਤਸ਼ਾਹ ਕਹਿਣਾ ਏਦਾਂ ਕਰ, ਤੂੰ ਮੇਰੇ ਵੱਸ ਵਿੱਚ ਆ ਜਾਂ ਤੇਰੇ ਵੱਸ ਵਿੱਚ ਆ ਜਾਊ। ਦੇਖੋ ਖੇਡ ਸਾਰੀ ਉੱਥੇ ਕਿਉਂ ਘੁੰਮੀ ਜਾਂਦੀ ਹੈ? ਤੂੰ ਮੇਰੇ ਵੱਸ ਵਿੱਚ ਆ ਜਾ, ਇਹ ਤੇਰੇ ਵੱਸ ਵਿੱਚ ਆ ਜਾਊ। ਉਹ ਗੱਲ ਹੋ ਜਾਂਦੀ ਹੈ ਕਿ ਸਮੁੰਦਰ ਤਾਂ ਕੁੱਜੇ ਵਿੱਚ ਪੈਣਾ ਨਹੀਂ, ਤੇ ਕੁੱਜਾ ਹੀ ਸਮੁੰਦਰ ਵਿੱਚ ਪਾ ਦੇ, ਬਸ ਗੱਲ ਖਤਮ। ਮਤਲਬ ਸਰੈਂਡਰ ਕਰ ਦਿੱਤਾ ਹੈ। ਪਹਿਲੋਂ ਕਹਿੰਦਾ ਮੇਰੇ ਵੱਸ, ਕਹਿੰਦੇ ਤੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ। ਕਹਿੰਦੇ ਦੇਖੋ ਤਾਂ ਕਦਮ ਸਿੱਧਾ ਕਰਨਾ, ਤੇ ਮਨ ਤੂੰ ਕਹਿੰਦਾ ਮਨ ਵੱਸ ਵਿੱਚ ਨਹੀਂ ਆਉਂਦਾ, ਮਨ ਕਿਤੇ ਚਲੇ ਜਾਊ ਤਾਂ ਕਹਿ ਦੇ। ਇਹਦਾ ਪੈਰ ਨਹੀਂ ਹਿਲਦਾ, ਫਿਰ ਮਨ ਏਦਾਂ ਦਾ ਹੋ ਜਾਂਦਾ। ਨਾਨਕ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖ ਗੁਰੂ ਦੇ ਗਿਆਨ ਦੁਆਰਾ ਤਰੀ ਤਿਨ ਮਾਇਆ। ਮਨ ਵਸ ਵਿੱਚ ਆਊ ਤਾਂ ਮਨ ਗੱਲ ਸੁਣੂ, ਮਨ ਟਿਕ ਕੇ ਬੈਠੂ, ਹਨਾ। ਮਹਾਰਾਜ ਕਹਿੰਦੇ ਫਿਰ ਇਹ ਗੁਰਮੁਖ ਲੈ ਲੈਂਦਾ। ਗੁਰਮੁਖ ਤਾਂ ਉਹੀ ਹੁੰਦਾ ਜਿਹੜਾ ਗੁਰੂ ਦੀ ਮੱਤ ਲੈਂਦਾ। ਜਿਹਨੇ ਗੁਰੂ ਦੀ ਮੱਤ ਲੈ ਲਈ ਉਹਨੂੰ ਆਪਾਂ ਗੁਰਮੁਖ ਕਹਿੰਦੇ। ਜਿੰਨਾ ਚਿਰ ਮਨ ਨੇ ਗੁਰੂ ਦੀ ਮੱਤ ਨਹੀਂ ਲਈ, ਆਪਣੀ ਮਰਜ਼ੀ ਕਰਦਾ, ਇਹ ਗੁਰਮੁਖ ਨਹੀਂ, ਇਹ ਮਨਮੁਖ ਹੈ। ਗੁਰਮੁਖ ਬਣ ਗਿਆ, ਤਰੀ ਤਿਨ ਮਾਇਆ। ਜਦੋਂ ਹੀ ਗੁਰਮੁਖ ਬਣਿਆ, ਗੁਰੂ ਦੀ ਮੱਤ ਲਈ, ਇਹ ਮਾਇਆ ਤਰ ਗਿਆ। ਮਾਇਆ ਕੀ ਹੈ? ਮਾਇਆ ਇਹ ਜੋ ਵੀ ਹੈ, ਹਰਖ ਸੋਗ, ਹਾਂਜੀ, ਹਰਖ ਸੋਗ, ਮਾਨ ਊਚ ਨੀਚ, ਮਾਇਆ ਹੀ ਸਾਰੀ, ਸਭ ਕੁਝ ਮਾਇਆ ਹੀ। ਸੋ ਇਹ ਸਰੀਰ ਦੀਆਂ ਲੋੜਾਂ, ਸਰੀਰ ਦੀਆਂ ਸਾਰੀਆਂ ਲੋੜਾਂ ਜਿਹੜੀਆਂ, ਦੁੱਖ ਸੁੱਖ, ਸਭ ਕੁਝ ਮਾਇਆ ਹੈ। ਮਨ ਦੇ ਸਾਰੇ ਵਿਚਾਰ ਹੀ ਮਾਇਆ ਹੈ, ਬਸ ਇਹ ਕਰ ਜਾਂਦਾ। ਸਾਧ ਸੰਗ ਹਰ ਕੀਰਤਨ ਗਾਈਐ। ਸਾਧ ਦਾ ਸੰਗੀ ਹੋਣਾ, ਇਹ ਮਨ ਜਿਹੜਾ ਸਾਧ ਦਾ ਸੰਗੀ ਬਣ ਜਾਂਦਾ। ਜੋ ਸਥਾਨ ਮਿਲ ਗਿਆ ਨਾ, ਸੋ ਸਥਾਨ ਬਤਾਵੋ ਮੀਤਾ। ਪੁੱਛਿਆ ਜੀ ਨਾ ਸੱਚੇ ਪਾਤਸ਼ਾਹ ਨੂੰ, ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਸਥਾਨ ਦੱਸ ਦਿਓ। ਕਹਿੰਦੇ ਸਾਧ ਦਾ ਸੰਗੀ ਬਣ। ਸਾਧ ਦਾ ਸੰਗੀ ਬਣ ਕੇ ਭਾਵ, ਹੇ ਮਨਾ ਤੂੰ ਚਿੱਤ ਦੇ ਨਾਲ ਮਿਲ ਕੇ ਪ੍ਰਮਾਤਮਾ ਪਰਮੇਸ਼ਰ ਦੀ ਕੀਰਤੀ ਕਰਨੀ ਸ਼ੁਰੂ ਕਰ ਦੇ। ਹਰ ਕੀਰਤਨ ਗਾਈਐ। ਦੂਜਾ ਜਿਹੜੇ ਗੁਰਮੁਖ ਜਾਨੇ ਨੇ, ਗੁਰਮੁਖ ਪਿਆਰੇ ਨੇ, ਰੱਬ ਰੰਗੀਆਂ ਹੋਈਆਂ ਜਿਹੜੀਆਂ ਰੂਹਾਂ ਨੇ, ਉਹਨਾਂ ਨੂੰ ਲੱਭਿਆ ਕਰ। ਲੱਭਣਾ ਕਿੱਦਾਂ ਹੁੰਦਾ? ਲੱਭਣਾ ਇਹ ਜਿਹੜੀ ਤਾਂ ਗੁਆਚੀ ਕੀ ਚੀਜ਼ ਆਪਾਂ ਲੱਭਦੇ, ਏਦਾਂ ਨਹੀਂ ਹੁੰਦਾ। ਸੋ ਇਹ ਅੰਤਰਾਤਮਿਕ ਸਿਸਟਮ ਹੈ। ਮੰਨ ਲਓ ਪਰਮਾਤਮਾ ਨੂੰ ਬੇਨਤੀ ਕਰਨੀ ਹੈ ਕਿ ਕਿਰਪਾ ਕਰਕੇ ਮੈਨੂੰ ਉਹ ਜਗ੍ਹਾ ਦੱਸ ਦਿਓ, ਸੋ ਸਥਾਨ ਬਤਾਵੋ ਮੀਤਾ, ਜੇ ਹਰ ਹਰ ਕੀਰਤਨ ਮੀਤਾ। ਉਹ ਹਿਰਦੇ ਦੱਸੋ। ਮੈਂ ਹੁਣ, ਮੈਨੂੰ ਕਿਹੜਾ, ਜਿਸ ਬੰਦੇ ਦੇ ਨਾਲ ਰੋਜ਼ ਮੈਂ ਗੱਲਾਂ ਬਾਤਾਂ ਕਰਦਾ, ਮੈਨੂੰ ਉਹਦੇ ਹਿਰਦੇ ਬਾਰੇ ਕੀ ਪਤਾ? ਜਿਸ ਬੰਦੇ ਨੂੰ ਮੈਂ ਮਿਲਦਾ ਹੈ, ਮੈਨੂੰ ਕੀ ਪਤਾ ਉਹਨੂੰ ਮੈਂ ਕਦੇ ਮਿਲਿਆ ਵੀ ਹੈ ਨੀਗਾ।
ਜਦੋਂ ਬਾਬਾ ਲਹਿਣਾ ਜੀ, ਅੱਜ ਬਾਬਾ ਲਹਿਣਾ ਜੀ ਦਾ, ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਹੈ ਨਾ ਜੀ, ਤੇ ਆਖਿਰਕਾਰ ਜਗ੍ਹਾ ਮਿਲੇ ਗਈ ਉਹਨਾਂ ਨੂੰ, ਜੇ ਮਨ ਵਿੱਚ ਉਹਨਾਂ ਦੇ ਚਾਹਤ ਸੀ, ਖਿੱਚ ਸੀ ਬਣੀ ਹੋਈ ਵੀ ਮੈਨੂੰ ਜਗ੍ਹਾ ਜੇ ਮਿਲੀ ਨਹੀਂ, ਉਹ ਜਿੱਥੇ ਜਾ ਕੇ ਮੇਰੇ ਅੰਦਰ ਕੀਰਤੀ ਚੱਲ ਪਵੇ, ਜਿਸ ਦੇ ਹਿਰਦੇ ਵਿੱਚ ਹਰ ਵਕਤ ਰੱਬੀ ਕੀਰਤਨ ਹੋ ਰਿਹਾ ਹੈ, ਅਜੇ ਤੱਕ ਮੈਨੂੰ ਸ਼ਖਸ ਨਹੀਂ ਮਿਲਿਆ। ਹੋ ਗਿਆ ਕਿ ਨਹੀਂ ਮਿਲਿਆ? 1532 ਚ ਮਿਲ ਹੋਇਆ ਸੀ ਬਾਬਾ ਲਹਿਣਾ ਜੀ ਦਾ, ਗੁਰੂ ਨਾਨਕ ਦੇਵ ਜੀ ਨੇ 1532 ਤੋਂ ਲੈ ਕੇ 1539 ਤੱਕ ਫਿਰ 7 ਸਾਲ ਸੇਵਾ ਕੀਤੀ, ਤੇ ਉਹਨਾਂ ਦਾ ਹਿਰਦਾ ਹੀ ਉਹ ਕੀਰਤੀ ਵਾਲਾ ਬਣ ਗਿਆ। ਨਾਨਕ ਲੱਭਦੇ ਸੀ, ਨਾਨਕ ਹੀ ਬਣ ਗਏ, ਰੱਬ ਲੱਭਦੇ ਸੀ, ਰੱਬ ਹੀ ਬਣ ਗਏ। ਏਦਾਂ ਸਾਧ ਸੰਗ ਹਰ ਕੀਰਤਨ ਗਾਈਐ, ਗੁਰਮੁਖਾਂ ਦੇ ਨਾਲ ਇਹ ਅਸਥਾਨ ਗੁਰੂ ਤੇ ਪਾਈਐ। ਜਿਹੜਾ ਸਾਧ ਸੰਗਤ ਦਾ ਸਥਾਨ ਹੈ, ਗੁਰੂ ਦੁਆਰਾ ਪ੍ਰਾਪਤ ਕੀਤਾ ਜਾਂਦਾ, ਗੁਰੂ ਸੋਝੀ ਦਿੰਦਾ ਇਸ ਸਥਾਨ ਨੂੰ। ਜਿਹੜਾ ਸਾਡਾ ਆਪਣਾ ਹਿਰਦਾ ਸਥਾਨ ਹੈ, ਸੋ ਇਸ ਸਥਾਨ ਤੇ, ਇਸ ਸਥਾਨ ਦੀ ਸੋਝੀ ਸਾਨੂੰ ਗੁਰੂ ਦਿੰਦਾ, ਤੇ ਇਸ ਸਥਾਨ ਤੇ ਬਿਠਾਉਂਦਾ ਵੀ ਗੁਰੂ ਹੈ। ਗੁਰੂ ਤੋਂ ਬਿਨਾਂ ਇਹ ਅਸਥਾਨ ਗੁਰੂ ਤੇ ਪਾਈਏ। ਰਹਾਉ ਦੂਜਾ, ਆਸਾ ਮਹੱਲਾ ਪੰਜਵਾਂ। 2 ਰਹਾਉ ਆ ਗਏ ਨਾ ਜੀ। ਹਾਂਜੀ, ਪਹਿਲੇ ਰਹਾਉ ਚ ਕ੍ਰਿਸ਼ਨ ਕਰਤਾ, ਅਖੀਰਲੇ ਰਹਾਉ ਚ ਸਾਰੀ ਗੱਲ ਕਲੀਅਰ ਕਰਤੀ ਮੈਨੂੰ। ਆਸਾ ਮਹੱਲਾ ਪੰਜਵਾਂ। ਮਹਾਰਾਜ ਦੀ ਮੌਜ ਹੈ, ਕਿਸੇ ਕਦੀ ਸ਼ਬਦ ਕਈਆਂ ਚ ਰਹਾਉ ਦਿੰਦੇ ਹੀ। ਹੁਣ ਜਪਜੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ, ਕਿੱਥੇ ਰਹਾਉ ਦਿੱਤਾ ਸੱਚੇ ਪਾਤਸ਼ਾਹ ਨੇ। ਮਹਾਰਾਜ ਆਪਣੀ ਮੌਜ ਹੈ ਜੀ। ਕਿਤੇ ਇੱਕ ਇੱਕ ਰਹਾਉ, ਸੁਖਮਨੀ ਸਾਹਿਬ ਦੀ ਏਡੀ ਵੱਡੀ ਬਾਣੀ ਕੀਤੀ, ਸਾਰੀ ਬਾਣੀ ਚ ਕੋਈ ਰਹਾਉ ਮਹਾਰਾਜ ਨੇ ਬਖਸ਼ਿਆ। ਰਹਾਉ ਦੂਜਾ, ਕਿਤੇ 4-4 ਰਹਾਉ ਦਿੱਤੇ ਹੋਏ ਨੇ ਪਾਤਸ਼ਾਹ ਜੀ। ਆਸਾ ਮਹੱਲਾ ਪੰਜਵਾਂ। ਘਰ ਮੈਂ ਸੂਖ, ਬਾਹਰ ਫੁੰਨ ਸੁਖਾ। ਹੁਣ ਦੇ ਘਰ ਵਿੱਚ ਸੁੱਖ ਹੈ, ਬਾਹਰ ਵੀ ਸੌਖਾ ਹੈ। ਜਿਹੜਾ ਘਰ ਸੌਖਾ, ਬਾਹਰ ਵੀ ਸੌਖਾ ਹੈ। ਹੁਣ ਏਦਾਂ ਤਾਂ ਜੇ ਆਪਾਂ ਦੁਨਿਆਵੀ ਤੌਰ ਤੇ ਦੇਖੀਏ, ਜਿਹੜੇ ਅਮੀਰ ਨੇ, ਜਿਨ੍ਹਾਂ ਦੇ ਘਰਾਂ ਵਿੱਚ ਰਾਜਿਆਂ ਮਹਾਰਾਜਿਆਂ ਵਰਗੇ ਸੁੱਖ ਨੇ, ਉਹਨਾਂ ਦਾ ਸੁੱਖ ਘਰ ਵਿੱਚ ਹੀ ਹੈ, ਬਾਹਰ ਥੋੜੀ ਸੁੱਖ ਹੈ। ਬਾਹਰ ਸੁੱਖ ਨਹੀਂ। ਹਾਂ, ਇੱਕ ਪੱਖ ਇਹ ਵੀ ਹੈ, ਬਾਹਰ ਸੁੱਖ ਇਸ ਕਰਕੇ ਉਹਨਾਂ ਨੂੰ ਕਿ ਉਹ ਹਰ ਇੱਕ ਲੋੜ ਆਪਣੀ ਪੂਰੀ ਕਰ, ਹਰ ਇੱਕ ਸਮਾਨ ਜਿਹੜਾ ਉਹ ਲੈ ਆਉਂਦੇ ਆ। ਇਸ ਕਰਕੇ ਅਮੀਰੀ ਜ਼ਿਆਦੇ ਹੈ, ਤੇ ਉਹਨਾਂ ਨੂੰ ਬਾਹਰ ਹਰ ਇੱਕ ਜਗ੍ਹਾ ਸਤਿਕਾਰ ਮਿਲਦਾ ਜੀ। ਹਰ ਇੱਕ ਜਗ੍ਹਾ ਬਾਹਰ ਫੁਨ ਸੁੱਖਾ, ਹਰ ਜਗ੍ਹਾ ਸਤਿਕਾਰ ਮਿਲਦਾ। ਇਹ ਬਾਹਰਲਾ ਅਰਥ ਹੈ ਜੀ। ਜਿਹੜਾ ਅੰਤਰੀਵ ਹੈ, ਅੰਤਰੀਵ ਸਾਡਾ ਹਿਰਦਾ ਘਰ, ਘਰ ਮੈਂ ਸੂਖ। ਸੋ ਘਰ ਦੇ ਵਿੱਚ ਸੁੱਖ ਕਿੱਦਾਂ? ਜਦੋਂ ਆਪਣੇ ਹਿਰਦੇ ਘਰ ਵਿੱਚ ਟਿਕਦਾ, ਫਿਰ ਇਹਦੇ ਅੰਤਰ ਸੁੱਖ ਹੁੰਦਾ, ਆਤਮਿਕ ਸੁੱਖ ਇਸਨੂੰ ਫਿਰ ਪ੍ਰਾਪਤ ਹੋਣਾ ਜਦੋਂ ਹਿਰਦੇ ਘਰ ਵਿੱਚ ਟਿਕਦਾ। ਬਾਹਰ ਫੁੰਨ ਸੁਖਾ, ਫਿਰ ਕੀ ਹੈ? ਜਿਹੜਾ ਅੰਦਰੋਂ ਸੁਖੀ ਹੈ, ਸੌਖਾ ਆ, ਆਨੰਦ ਦੇ ਵਿੱਚ ਹੈ, ਸੋ ਭਾਈ ਉਹ ਬਾਹਰ ਵੀ ਆਨੰਦ ਵਿੱਚ ਹੀ ਹੁੰਦਾ ਹੈ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਹੁਣ ਜੇ ਉਹਨਾਂ ਨੂੰ ਜਿੱਥੇ ਮਰਜ਼ੀ ਬਿਠਾ ਲਦਾ, ਉਹਨਾਂ ਨੂੰ ਕਦੀ ਸੂਰਜ ਦੀ ਗਰਮੀ, ਅੱਗ ਦੀ ਤਪਸ਼ ਤਪਾ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਗੁਰੂ ਕਾ ਵਚਨ ਵਸੈ ਜੀ ਨਾਲ, ਮਹਾਰਾਜ ਨੇ ਕਹਿਣਾ, ਜਿਹਦੇ ਅੰਦਰ ਗੁਰੂ ਦਾ ਵਚਨ ਵਸ ਜਾਂਦਾ, ਉਹ ਘਰ ਵਿੱਚ ਸੌਖਾ ਹੈ, ਆਨੰਦ ਵਿੱਚ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ। ਚੋਰਾਂ ਦਾ ਡਰ ਨਹੀਂ, ਪਾਣੀ ਦਾ ਡਰ ਨਹੀਂ, ਡੁੱਬਣ ਦਾ ਡਰ ਨਹੀਂ। ਚੋਰਾਂ ਦਾ ਡਰ ਹਰ ਵਕਤ ਬਣਿਆ ਹੁੰਦਾ। ਰਾਤ ਦੇ ਹਨੇਰੇ 'ਚ ਬੰਦਾ ਸਫ਼ਰ ਕਰਨਾ ਹੋਵੇ, ਜੇ ਰਾਤ ਦੇ ਹਨੇਰੇ 'ਚ, ਤੇ ਸੋ ਔਖਾ ਹੋ ਜਾਂਦਾ ਹੁੰਦਾ, ਪਤਾ ਨਹੀਂ ਕੀ ਬਣਨਾ, ਕੀ ਹੋਣਾ। ਸੌਖਾ ਸਫ਼ਰ ਕਰਨਾ ਕਦੇ ਸੌਖਾ? ਸਫ਼ਰ ਤਾਂ ਤੁਸੀਂ ਦਿਨੇ ਵੀ ਕਰਦੇ ਆ, ਦਿਨ ਜਹਾਜ਼ 'ਚ ਬਹਿ ਜਾਂਦੇ ਆ, ਸੌਖਾ ਸਫ਼ਰ ਕਿਤੇ? ਡਰ ਜਾ ਬਣਿਆ ਰਹਿੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਦਰ ਜਿਹੜੀ ਟਿਕਾਅ ਬਣ ਗਿਆ ਨਾ, ਉਹ ਬਾਹਰ ਸੌਖਾ ਹੀ ਸੌਖਾ ਹੈ, ਉਹ ਆਨੰਦ ਦੇ ਵਿੱਚ ਹੀ। ਸੋ ਫਿਰ ਆਪਣੇ ਹਿਰਦੇ ਘਰ ਵਿੱਚ ਤੂੰ ਸ਼ਾਂਤ ਹੋ ਜਾ,
ਕਈਆਂ ਪਰਿਵਾਰਾਂ ਦਾ ਸਿਸਟਮ ਏਦਾਂ ਦਾ ਹੁੰਦਾ ਕਿ ਘਰ ਦੇ ਵਿੱਚ ਲੜਾਈ ਝਗੜਾ ਕਲਾ ਕਲੇਸ਼ ਹੈ, ਤਾਂ ਆਪਣੇ ਹਿਰਦੇ ਘਰ ਵਿੱਚ ਠੰਡਾ ਹੁੰਦਾ। ਉਹ ਜਿਹੜਾ ਕਲਾ ਕਲੇਸ਼ ਲੜਾਈ ਝਗੜੇ ਦਾ ਤੇਰੇ ਤੇ ਅਸਰ ਨਹੀਂ ਕਰਦਾ, ਹੌਲੀ ਹੌਲੀ ਉਹ ਵੀ ਸ਼ਾਂਤ ਹੋ ਜਾਣਗੇ, ਪਰ ਤੇਰੇ ਤੇ ਅਸਰ ਇਹ ਜ਼ਰੂਰੀ ਹੈ। ਆਪਾਂ ਕਹਿੰਦੇ ਨੇ ਵੀ ਘਰ ਵਿੱਚ ਤਾਂ ਇੰਨੀ ਮੰਦੀ ਹਾਲਤ ਹੈ, ਤਾਂ ਜੇ ਆ ਉਹ ਆ, ਤੇ ਮੈਂ ਕਿੱਦਾਂ ਬਾਣੀ ਪੜ੍ਹ ਸਕਦਾ, ਮੈਂ ਕਿੱਦਾਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਸਕਦਾ। ਕਈਆਂ ਦੇ ਘਰਾਂ ਦਾ ਮਾਹੌਲ ਏਦਾਂ ਦਾ, ਤੁਸੀਂ ਸਵੇਰੇ ਉੱਠ ਨਹੀਂ ਸਕਦੇ, ਇਸ਼ਨਾਨ ਨਹੀਂ ਕਰ ਸਕਦੇ। ਜੇ ਉੱਠਦੇ ਆ ਤੇ ਮੇਰੇ ਸਾਥੀ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਤਕਲੀਫ ਹੁੰਦੀ ਹੈ। ਬਾਣੀ ਪੜ੍ਹਦੇ ਆ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਭਾਈ ਫਿਰ ਅੰਦਰਲੇ ਕੁੰਡੇ ਬੰਦ ਕਰੋਗੇ, ਬਾਹਰ ਕੁਝ ਨਹੀਂ ਬੋਲਣਾ, ਲੋੜ ਹੀ ਕੁਝ ਨਹੀਂ ਬੋਲਣਾ, ਕੋਈ ਜ਼ਰੂਰਤ ਨਹੀਂ, ਅੰਦਰੋਂ ਅੰਦਰ ਹੀ ਬਸ ਐ ਨਹੀਂ ਸ਼ਾਂਤ ਹੋ ਜਾਂਦਾ। ਬਸ ਜਦੋਂ ਸ਼ਾਂਤ ਹੋਗਾ ਫਿਰ ਬਾਹਰੋਂ ਜੋ ਮਰਜ਼ੀ ਕਹਿੰਦਾ ਜਾਂਦੇ, ਅੰਦਰਲਾ ਸੰਭਾਲਣਾ ਜ਼ਰੂਰੀ, ਅੰਦਰਲਾ ਸਰਮਾਇਆ ਸਾਂਭੋ ਭਾਈ। ਮਨ ਦੀ ਸ਼ਾਂਤੀ ਭੰਗ ਹੋ ਗਈ ਤਾਂ ਫਾਇਦਾ ਕੀ ਹੈ ਜੀ, ਮਨ ਦੀ ਸ਼ਾਂਤੀ ਨਹੀਂ ਭੰਗ ਹੋਣੀ। ਜੇ ਜਿਹੜਾ ਆਪਣੇ ਹਿਰਦੇ ਘਰ ਵਿੱਚ ਸੌਖਾ ਆ, ਉਹ ਕਿਤੇ ਵੀ ਦੁਖੀ ਨਹੀਂ ਹੋ ਸਕਦਾ, ਕਿਤੇ ਜਿੱਥੇ ਮਰਜ਼ੀ ਉਹਨੂੰ ਤੁਸੀਂ ਭੇਜ ਦਓ, ਉੱਥੇ ਵੀ ਸੁਖੀ ਰਹੇਗਾ। ਹਰ ਸਿਮਰਤ ਸਗਲ ਵਿਨਾਸ਼ੇ ਦੁੱਖਾ। ਪ੍ਰਮਾਤਮਾ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਹੁਣ ਦੱਸੋ, ਇਹਦੇ ਵਿੱਚ ਤਨ ਮਨ ਦੇ ਰੋਗ ਅੱਡ ਅੱਡ ਦਾ ਕੀਤਾ ਹੀ ਨਹੀਂ ਮਹਾਰਾਜ ਨੇ। ਸਗਲ ਵਿਨਾਸ਼ੇ ਦੁੱਖਾ, ਇੱਕ ਬੰਦੇ ਨੂੰ ਕਿਤੇ ਇੱਕ ਦੁੱਖ ਥੋੜੀ ਚਿੰਬੜਿਆ ਹੋਇਆ, ਇੱਕ ਦੁੱਖ ਥੋੜੀ ਆ, ਕਿਤੇ ਦੁੱਖਾਂ ਦੀਆਂ ਪੰਡਾਂ ਚੁੱਕੀਆਂ ਹੋਈਆਂ ਸਾਰਿਆਂ ਨੇ, ਦੁੱਖਾਂ ਦੀਆਂ ਪੰਡਾਂ ਚੁੱਕ ਕੇ ਘੁੰਮਦੇ ਪਏ ਨੇ ਸਿਰਾਂ ਦੇ ਉੱਤੇ, ਦੁੱਖਾਂ ਦੇ ਬੋਝ ਥੱਲੇ ਸਾਰੇ ਆਪਣੀ ਜ਼ਿੰਦਗੀ ਬਤੀਤ ਕਰਦੇ ਪਏ। ਸੱਚੇ ਪਾਤਸ਼ਾਹ ਕਹਿੰਦੇ ਤੂੰ ਨਾਮ ਜਪਣਾ ਸ਼ੁਰੂ ਕਰ ਦੇ, ਹਨਾ, ਪ੍ਰਮਾਤਮਾ ਪਰਮੇਸ਼ਰ ਦਾ ਸਗਲ ਵਿਨਾਸ਼ੇ ਦੁੱਖਾ। ਸੋ ਇਹ ਜਿੰਨੀਆਂ ਦੁੱਖਾਂ ਦੀਆਂ ਪੰਡਾਂ ਸਾਰੀਆਂ ਹੀ ਨਸ਼ਟ, ਸਾਰੀਆਂ ਹੀ ਨਸ਼ਟ। ਕਿੱਦਾਂ ਫਨਾਹ ਹੁੰਦੀਆਂ, ਉਹ ਕਿੱਦਾਂ ਕਰਦਾ, ਇਹ ਉਹ ਜਾਣਦਾ। ਸਾਨੂੰ ਇਹਦੇ ਨਾਲ ਇਹ ਕੀ ਲੈਣਾ ਦੇਣਾ, ਸਾਨੂੰ ਭਾਰ ਤੋਂ ਹੌਲਾ ਕਰਤਾ, ਸਾਡੀ ਪੰਡ ਲੈ ਗਈ ਦੁੱਖਾਂ, ਆਪਣਾ ਬੋਝ ਚੱਕ ਕੇ ਛੱਡ ਦਿੱਤਾ। ਮਹਾਰਾਜ ਨੇ ਤਾਂ ਸ਼ਰੇਆਮ ਗੱਲ ਕਹੀ, ਕਹਿੰਦੇ ਦੁੱਖ ਪਰ ਹਰ ਦੁੱਖ ਛੱਡ ਦੇ, ਮੇਰੇ ਕੋਲ ਆਇਆ ਨਾ ਸੁੱਖ ਘਰ ਲੈ ਜਾ, ਸੁੱਖ ਲੈ ਜਾ ਮੇਰੇ ਕੋਲ। ਜਦ ਦੁੱਖ ਹੀ ਛੱਡਣ ਨੂੰ ਮੈਂ ਤਿਆਰ ਨਹੀਂ, ਸੁੱਖ ਗੁਰੂ ਕਿੱਥੋਂ ਦੇ। ਦੁੱਖ ਦਾ ਬੋਝ ਚੱਕਿਆ, ਮੈਂ ਠੀਕਰਿਆਂ ਦੀ ਪੰਡ ਚੁੱਕੀ ਫਿਰਦਾ, ਗੁਰੂ ਦੇ ਕੋਲ ਸੋਨੇ ਦੀਆਂ ਮੋਹਰਾਂ ਦੀ ਪੰਡ ਪਈ ਹੈ, ਕਹਿੰਦੇ ਆ ਚੱਕ ਲਾ, ਕਹਿੰਦੇ ਮੈਂ ਉਹ ਛੱਡਣ ਨੂੰ ਤਿਆਰ ਨਹੀਂ, ਤੇ ਫਿਰ ਉਹ ਬੋਝ ਤਾਂ ਉਹਨੇ ਕੀ ਚੁੱਕਣਾ ਸੀ, ਕਿੱਦਾਂ ਚੱਕ ਲੂ। ਸੁੱਖ ਦਾ ਕੋਈ ਭਾਰ ਨਹੀਂ ਹੁੰਦਾ ਭਾਈ, ਕਾਹਦਾ ਭਾਰ? ਜਿਹੜਾ ਆਤਮਿਕ ਸੁੱਖ ਹੈ। ਮਾਇਆਵੀ ਜਿਹੜੇ ਦੁੱਖ ਸੁੱਖ ਨੇ, ਦੋਨਾਂ ਦੇ ਭਾਰ ਨੇ। ਮਾਇਆ ਦਾ ਜਿਹੜਾ ਦੁੱਖ ਹੈ ਹੀ ਮਾਇਆ ਦਾ, ਮਾਇਆਵੀ ਦੁੱਖ ਹੈ ਨਾ, ਤੇ ਸੁੱਖ ਜਿਹੜਾ ਆ, ਸੋ ਇਹਦਾ ਜਿਹੜਾ ਮਾਇਆਵੀ ਸੁੱਖ ਹੈ, ਇਹਦਾ ਵੀ ਬੜਾ ਬੋਝ ਹੈ। ਮਾਇਆਵੀ ਸੁੱਖ ਦਾ ਰਾਜ ਭਾਗ ਦਾ ਜਿਹੜਾ ਸੁੱਖ ਹੈ, ਮਾਇਆਵੀ ਸੁੱਖ ਹੈ, ਬੋਝ ਬੜਾ ਇਸਦਾ। ਪਰ ਜਿਹੜਾ ਆਤਮਿਕ ਸੁੱਖ ਹੈ, ਇਹ ਬੜਾ ਹਲਕਾ ਹੈ, ਬੜਾ ਹਲਕਾ ਜਿਹੜਾ ਆਤਮਿਕ ਸੁੱਖ ਹੈ। ਬਸ ਦੁੱਖ ਵਿਲਸ ਜਾਂਦੇ, ਆਤਮਾ ਨੂੰ ਸੁੱਖ ਮਿਲ ਗਿਆ, ਬਸ ਦੁੱਖ ਨਾਲ ਹੀ ਦੁੱਖ ਖਤਮ ਹੋ ਗਿਆ। ਦੇਖੋ, ਯਾਦ ਕਰਨ ਵਿੱਚ ਇਹ ਸੁੱਖ ਹੈ ਜੀ। ਇੱਧਰੋਂ ਯਾਦ ਕੀਤਾ, ਨਾਲ ਹੀ ਦੁੱਖ ਭਰੇ, ਪਰ ਦੂਰ ਹੋ ਜਾਂਦੇ ਨਾ, ਦੂਰ ਹੋ ਜਾਂਦੇ। ਜੇ ਦਬਲ ਕੇ ਯਾਦ ਕਰਨਾ ਸ਼ੁਰੂ ਕਰ ਦਿਓ, ਦੁੱਖ ਵਿਲਸ ਜਾਂਦੇ ਆ। ਜਦੋਂ ਯਾਦ ਕੀਤਾ ਜੇ, ਨਾਲ ਹੀ ਉਹ ਦੂਰੀ ਬਣ ਗਈ, ਮੇਰੀ ਤੇ ਦੁੱਖਾਂ ਤੋਂ ਦੂਰੀ ਬਣ ਜਾਂਦੀ, ਦੂਰੀ ਚ ਸੁੱਖ ਪ੍ਰਾਪਤ ਹੋ ਜਾਂਦਾ। ਬੜਾ ਆਨੰਦ ਹੈ ਦੂਰੀ ਚ। ਸਗਲ ਸੂਖ ਜਾਂ ਤੂੰ ਚਿੱਤ ਆਵੈ। ਜਦੋਂ ਚਿੱਤ ਦੇ ਵਿੱਚ ਆਉਂਦਾ, ਚਿੱਤ ਵਿੱਚ ਮਤਲਬ ਕਿ ਜਦੋਂ ਵੀ ਮਨ ਮਰ ਗਿਆ, ਜਦੋਂ ਮਨ ਚਿੱਤ ਹੋ ਗਿਆ, ਜਦੋਂ ਮਨ ਚਿੱਤ ਹੋ ਗਿਆ, ਸਾਰੇ ਸੁਖ। ਤੂੰ ਚਿੱਤ ਦੇ ਵਿੱਚ, ਉਹ ਮਨ ਦੀ ਗੱਲ ਹੈ ਜੀ, ਕਿਉਂਕਿ ਮਨ ਦੀ ਭਟਕਣਾ ਨਾ ਜੀ, ਮਨ ਦੀ ਭਟਕਣਾ। ਚਿੱਤ ਦੇ ਵਿੱਚ ਮਤਲਬ ਮਨ ਜਦੋਂ ਚਿੱਤ ਵਿੱਚ ਆ ਗਿਆ, ਇਹਨੂੰ ਕਹਿੰਦੇ ਜਾ ਤੂੰ ਚਿੱਤ ਆ। ਜਦੋਂ ਖੁਦ ਚਿੱਤ ਵਿੱਚ ਬੈਠੇਗਾ, ਉਦੋਂ ਸਾਰੇ ਸੁੱਖ ਹੈ। ਤੂੰ ਤਾਂ ਬਾਹਰ ਘੁੰਮਦਾ ਪਿਆ, ਮਨ ਨੂੰ ਕਿਹਾ ਹੋਵੇਗਾ ਜੀ, ਤੂੰ ਤਾਂ ਬਾਹਰ ਘੁੰਮਦਾ ਪਿਆ, ਤੂੰ ਆ ਚਿੱਤ ਵਿੱਚ, ਫੇਰ ਸਾਰੇ ਸੁੱਖ। ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਨਾਮ ਉਹ ਜਪਦਾ ਜਿਹੜਾ ਪਿਆਰਾ ਤੈਨੂੰ ਪਾਉਂਦਾ, ਜਿਹੜਾ ਸੇਵਕ ਤੈਨੂੰ ਪਾਉਂਦਾ,
ਜਿਹੜਾ ਤੈਨੂੰ ਭਾ ਗਿਆ ਜਨ ਉਸਨੇ ਬਣਨਾ। ਹੁਣ ਜਨ ਤਾਂ ਬਣ ਗਿਆ, ਜਨ ਬਣ ਕੇ ਵੀ ਗੁਜ਼ਾਰਾ ਥੋੜੀ ਹੈ। ਭਾਈ ਜਨ ਬਣ, ਨਾਮ ਚੱਲਣਾ ਚਾਹੀਦਾ। ਨਾਮ ਮਤਲਬ ਅਧੂਰਾ ਜਨਮ ਬਣ ਗਿਆ, ਹਰ ਜਨ ਬਣਨਾ ਪੈਣਾ, ਹਰ ਜਨ। ਉਹ ਫਿਰ ਨਾਮ ਜਪੂਗਾ ਤਾਂ ਹਰ ਜਨ ਬਣਨਾ। ਦੁੱਧ ਭਾਵ ਹੈ ਇਹਨੂੰ ਪਾਉਣਾ ਰਹਾ। ਤਨ ਮਨ ਸ਼ੀਤਲ ਜਪ ਨਾਮ ਤੇਰਾ। ਤੇਰਾ ਨਾਮ ਜਪਣ ਦੇ ਨਾਲ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਜਾਂਦਾ। ਜੀ ਤਨ ਦਾ ਠੰਡਾ ਹੋਣਾ, ਮਤਲਬ ਅੱਖਾਂ ਨਹੀਂ ਤਪਦੀਆਂ, ਭੈੜਾ ਨਹੀਂ ਦੇਖਣਾ, ਆਪੇ ਨਹੀਂ ਅੱਖਾਂ ਤਪਣੀ, ਪਰਾਇਆ ਰੂਪ ਤੇ ਪਰਾਇਆ ਧਨ ਇਹ ਦੇਖਣਾ ਛੱਡਦਾ। ਇਹਨਾਂ ਅੱਖਾਂ ਦੇ ਨਾਲ ਵਿਕਾਰੀ ਦ੍ਰਿਸ਼ਟੀ ਦੇ ਨਾਲ ਤੱਕਣਾ ਛੱਡਦਾ। ਅੱਖਾਂ ਨਹੀਂ ਤਪਦੀਆਂ, ਏਦਾਂ ਕੰਨਾਂ ਦੇ ਨਾਲ ਨਿੰਦਿਆ ਸੁਣਨ ਛੱਡਦਾ। ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਇਹੀ ਧਨ ਆ, ਐਨ ਠੰਡੇ ਹੋ ਜਾਂਦੇ। ਹਰ ਹਰ ਜਪਤ ਢਹਿ ਦੁੱਖ ਡੇਰਾ। ਨਾਮ ਜਪਦਿਆਂ ਜਪਦਿਆਂ ਦੁੱਖਾਂ ਦਾ ਡੇਰਾ ਢਹਿ ਢੇਰੀ ਹੋ ਜਾਂਦਾ, ਫਨਾਹ ਹੋ ਜਾਂਦਾ, ਕਿਲਾ ਖਤਮ ਹੋ ਗਿਆ। ਦੁੱਖ ਰੋਗ ਕਾ ਡੇਰਾ ਭੰਨਾ, ਦੁੱਖ ਸਾਰੇ ਢਹਿ ਢੇਰੀ ਹੋ ਗਏ ਨਾਮ ਜਪਣ ਦੇ ਨਾਲ। ਡੇਰਾ ਮਤਲਬ ਜਿੱਥੋਂ ਦੁੱਖ ਪੈਦਾ ਹੋ ਰਹੇ ਸੀ ਉਹ ਜਗ੍ਹਾ ਹੀ ਫਨਾਹ ਹੋ ਗਈ, ਖਤਮ ਹੋ ਗਈ। ਉਹ ਸੋਚ ਤੋਂ ਹੀ ਹੋ ਰਿਹਾ ਸੀ ਸਭ ਕੁਛ। ਸੋਚ ਸਾਰੀ ਗੁਰੂ ਵਾਲੀ ਹੋ ਗਈ, ਕਿੱਥੇ ਰਹਿ ਗਿਆ। ਹੁਕਮ ਬੂਝੈ ਸੋਈ ਪ੍ਰਵਾਨ। ਦਰਗਾਹ ਵਿੱਚ ਪ੍ਰਵਾਨ ਕੌਣ ਹੁੰਦਾ ਹੈ? ਜਿਹੜਾ ਉਸ ਦੇ ਹੁਕਮ ਨੂੰ ਬੁੱਝਦਾ ਹੈ, ਉਹ ਹੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਸਾਚ ਸ਼ਬਦ ਜਾ ਕਾ ਨਿਸ਼ਾਨ। ਸੱਚਾ ਸ਼ਬਦ, ਆਹ ਸੱਚਾ ਸ਼ਬਦ ਹੀ ਹੈ, ਗੁਰਬਾਣੀ ਸੱਚਾ ਸ਼ਬਦ। ਇਹ ਸਾਡਾ ਨਿਸ਼ਾਨ ਬਣ ਜਾਂਦਾ ਹੈ। ਨਿਸ਼ਾਨ ਕੀ ਹੈ? ਸਾਡੇ ਪਰਮਨੈਂਟ, ਸਾਡੀ ਰਾਹਦਾਰੀ, ਸਾਡਾ ਕਾਰਡ ਬਣ ਗਿਆ, ਸਾਡੀ ਐਂਟਰੀ ਇਹਦੇ ਨਾਲ ਹੋਣੀ ਹੈ। ਇਹ ਸ਼ਬਦ ਜਿਹੜਾ ਸਾਡੇ ਮੱਥੇ ਤੇ ਪ੍ਰਗਟ ਹੁੰਦਾ, ਇਹ ਸ਼ਬਦ ਸਾਡੇ ਮੱਥੇ ਤੇ ਪ੍ਰਗਟ ਹੁੰਦਾ। ਔਰ ਸੱਚੀ ਜਿਨ੍ਹਾਂ ਦੇ ਅੰਤਰ ਰਹਿਮਤਾਂ ਹੋ ਜਾਂਦੇ ਆ, ਉਹਨਾਂ ਦੇ ਮਸਤਕ ਜਿਹੜੇ ਹੁੰਦੇ ਨਾ ਜੀ, ਉਹਨਾਂ ਤੋਂ ਬੜਾ ਕੁਝ ਲੱਭ ਜਾਂਦਾ। ਉਹਨਾਂ ਦੇ ਮਸਤਕ ਤੋਂ ਪ੍ਰਗਟ ਹੈ ਵੀ ਹਾਂ ਵੀ ਉਹਦੀਆਂ ਅੱਖਾਂ ਦੱਸਦੀਆਂ, ਉਹਦਾ ਬੋਲਣਾ ਦੱਸਦਾ। ਕੁਝ ਵੀ ਨਾ ਬੋਲੇ, ਉਹਦੀ ਚੁੱਪ ਹੀ ਬਹੁਤ ਕੁਝ ਦੱਸ ਜਾਂਦੀ। ਕੁਝ ਨਾ ਬੋਲੇ, ਉਹਦੀ ਚੁੱਪ ਹੀ ਬਹੁਤ ਕੁਝ ਦੱਸ ਜਾਂਦੀ ਹੈ। ਪਰ ਮੋਹਰਲਾ ਜਿਹੜਾ ਆ ਉਹ ਜਾਗਿਆ ਹੋਣਾ ਚਾਹੀਦਾ ਹੈ। ਇਹ ਤਾਂ ਭਾਈ ਗੁਰੂ ਨਾਨਕ ਨੂੰ ਪਛਾਣ ਨਹੀਂ ਸਕੇ, ਗੁਰੂ ਅਰਜਨ ਦੇਵ ਜੀ ਨੂੰ ਪਛਾਣ ਨਹੀਂ ਸਕੇ, ਜਿਹੜੇ ਹੱਥ 'ਚ ਮਾਲਾ ਫੜ ਕੇ ਨਾ ਅੱਲਾ ਅੱਲਾ ਕਰਨੇ ਵਾਲੇ ਸੀਗੇ, ਉਹ ਨਹੀਂ ਪਛਾਣ ਸਕੇ, ਕਿਉਂਕਿ ਜਾਗੇ ਹੋਏ ਹੈ ਹੀ ਨਹੀਂ ਸੀਗੇ ਜੀ। ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਸੀ, ਗਾਫਲ ਸੀਗੇ, ਨਹੀਂ ਪਛਾਣ ਸਕੇ। ਤੇ ਬਈ ਫਿਰ ਰੱਬ ਦੇ ਪਿਆਰਿਆਂ ਨੂੰ ਕਿੱਦਾਂ ਪਛਾਣ ਸਕਣਗੇ? ਜਾਗਿਆ ਹੋਇਆ ਰੱਬ ਦੇ ਪਿਆਰੇ ਨੂੰ ਪਛਾਣ ਜੋ, ਬ੍ਰਹਮ ਗਿਆਨੀ ਨੂੰ ਪਛਾਣ ਜੋ, ਤੇ ਜਿਹੜਾ ਸੁੱਤਾ ਹੋਇਆ ਕਦੀ ਨਹੀਂ ਪਛਾਣ ਸਕਦਾ, ਉਹ ਨਹੀਂ ਪਛਾਣਦਾ। ਬਸ ਉਹ ਇੱਕ ਭੁਲੇਖੇ ਵਿੱਚ ਸਾਰੀ ਜ਼ਿੰਦਗੀ ਉਹਦੀ ਨਿਕਲ ਜਾਂਦੀ ਹੈ। ਕਰਮਕਾਂਡ ਚ ਐਨ ਮਸਤ ਰਹਿਣਾ, ਪੱਕਾ ਰਹਿੰਦਾ ਕਰਮਕਾਂਡ ਦੇ ਵਿੱਚ। ਪਰ ਜਿਹਦੇ ਅੰਦਰ ਬ੍ਰਹਮ ਗਿਆਨ ਦਾ ਦਰਿਆ ਚੱਲ ਗਿਆ, ਉਹਦੀ ਉਹਨੂੰ ਸੋਚੀ ਨਹੀਂ ਪਛਾਣਦੇ। ਕਹਿੰਦੇ ਸਾਚ ਸ਼ਬਦ ਨਿਸ਼ਾਨ ਬਣਦਾ ਵੀ ਸਾਡਾ। ਇਹ ਇਹਨੇ ਨਿਸ਼ਾਨ, ਅੱਜ ਜਿਸ ਸ਼ਬਦ ਦੇ ਨਾਲ ਆਪਾਂ ਜੁੜਦੇ ਹਾਂ, ਜਿਸ ਸ਼ਬਦ ਦੀ ਵਿਚਾਰ ਕਰਦੇ, ਇਸੇ ਨੇ ਹੀ ਸਾਡਾ ਨਿਸ਼ਾਨ ਬਣ। ਇਹੋ ਹੀ ਸਾਡਾ ਨਿਸ਼ਾਨ, ਇਹੀ ਸਾਡੀ ਵਰਦੀ ਹੈ, ਇਹ ਹੈ ਸਾਡਾ ਅਸਲ ਨਿਸ਼ਾਨ। ਕਹਿੰਦੇ ਪੁੱਤਰ ਨਿਸ਼ਾਨ, ਦੌਲਤ ਗੁਜਰਾਨ, ਔਰਤ ਈਮਾਨ, ਉਹ ਸੰਸਾਰ ਦਾ ਨਿਸ਼ਾਨ ਹੈ। ਪੁੱਤਰ ਸੰਸਾਰ ਦਾ ਨਿਸ਼ਾਨ ਹੈ। ਤੇ ਹੁਣ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਹਨਾ, ਉਹਨਾਂ ਦੇ ਨਿਸ਼ਾਨ ਨਹੀਂ ਹੁੰਦੇ। ਮਹਾਰਾਜ ਇਹ ਵੀ ਗੱਲ ਤੋਂ ਪੁੱਛੇ ਕਰਦੀ ਨੇ, ਪੁੱਤਰ ਨਿਸ਼ਾਨ ਸੱਚੇ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਕੁਰਬਾਨ ਕਰਤੇ। ਕਹੋ ਜੀ ਮਹਾਰਾਜ ਪੂਰੇ ਵਿਸ਼ਵ ਦੇ ਉੱਤੇ ਨਾਂ ਆ, ਪੂਰੇ ਵਿਸ਼ਵ ਦੇ ਉੱਤੇ। ਮਤਲਬ ਏਦਾਂ ਦੀਆਂ ਗੱਲਾਂ ਤੇ ਇਹ ਸੰਸਾਰਕ ਨੇ ਸਰਲਾਂ ਗੱਲਾਂ ਜਿਹੜੀਆਂ ਆਮ ਦੰਤ ਕਥਾਵਾਂ ਚੱਲੀਆਂ ਹੋਈਆਂ। ਅਸਲ ਨਿਸ਼ਾਨ ਸ਼ਬਦ ਹੈ। ਕਬੀਰ ਨੂੰ ਸਾਰੇ ਜਾਣਦੇ ਨੇ, ਪੁੱਤਰ ਨੂੰ ਕੌਣ ਜਾਣ? ਉਹ ਪੜ੍ਹਿਆ ਉਹਦੇ ਬਾਅਦ ਪਤਾ ਲੱਗ ਵੀ ਆਹ ਉਹਦਾ ਪ੍ਰਭਾਵ ਸੀ। ਭਗਤ ਨਾਮਦੇਵ ਦਾ ਪ੍ਰਭਾਵ,
ਭਗਤ ਸੂਰਦਾਸ ਦੇ ਪੁੱਤਰ ਨੂੰ ਕੌਣ ਜਾਂਦਾ? ਹੈ ਵੀ ਸੀ ਕਿ ਹੈ ਨਹੀਂ ਸੀ? ਦੱਸੋ। ਸੋ ਨਿਸ਼ਾਨ ਅਸਲ ਚ ਸ਼ਬਦ ਹੈ, ਹੋਰ ਨਹੀਂ ਨਿਸ਼ਾਨ ਹੈ। ਇੱਥੇ ਵੀ ਦਰਗਾਹ ਵਿੱਚ ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਪੂਰੇ ਸੁਤਕਰਾਂ ਨੇ ਕਿਰਪਾ ਕਰ ਦਿੱਤੀ, ਮੈਨੂੰ ਨਾਮ ਦ੍ਰਿੜ ਕਰਾ ਦਿੱਤਾ। ਦ੍ਰਿੜ ਮਤਲਬ ਵਿਸਰਦਾ ਨਹੀਂ ਹੈ, ਨਾਮ ਨਹੀਂ ਕਦੀ ਵਿਸਰਦਾ। ਕਿਉਂਕਿ ਜਦੋਂ ਵਿਸਰਨਾ ਉਹ ਸੇਕ ਪੈਣਾ ਸ਼ੁਰੂ ਹੋ ਜਾਂਦਾ, ਉਹ ਬਕਾਰ ਉੱਥੇ ਹੁੰਦੇ, ਬਕਾਰ ਉੱਥੇ ਹੁੰਦੇ। ਫਿਰ ਇਹਨੇ ਆਪਣੀ ਸਾਰੀਆਂ ਮੰਗਾਂ ਪਿੱਛੇ ਪਾਤੀਆਂ। ਦੇਖ ਲਿਆ ਨਾ ਵੀ ਕਿਹੜੀ ਚੀਜ਼ ਦੀ ਮੈਨੂੰ ਲੋੜ ਹੈ। ਇਹ ਦੇਖ ਲਿਆ ਵੀ ਨਾਮ ਦ੍ਰਿੜ ਹੋਣਾ ਚਾਹੀਦਾ, ਨਾਮ ਦ੍ਰਿੜ ਨਹੀਂ, ਇਸੇ ਕਰਕੇ ਮੈਨੂੰ ਇਹ ਚੀਜ਼ਾਂ ਪਰੇਸ਼ਾਨ ਕਰ। ਮਹਾਰਾਜ ਕੋ ਮੰਗ ਹੀ ਨਹੀਂ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਨਾਮ ਦ੍ਰਿੜ ਕਰਾ ਦਿਓ। ਭਨਤ ਨਾਨਕ ਸਤਿਗੁਰੂ ਜੀ ਕਹਿ ਰਹੇ ਨੇ, ਮੇਰਾ ਮਨ ਸੁਖ ਪਾਉਣ ਨੇ ਸ਼ਹਿਰੀ ਹੈਗੇ ਨੇ, ਮੇਰੇ ਮਨ ਵਿੱਚ ਸੁੱਖ ਪ੍ਰਾਪਤ ਹੋ ਗਿਆ, ਆਤਮਕ ਸੁੱਖ, ਆਤਮਕ ਆਨੰਦ ਮੈਨੂੰ ਹੁਣ ਪ੍ਰਾਪਤ ਹੋ ਗਿਆ। ਤੇ ਜਦੋਂ ਮੇਰੇ ਸਤਿਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ ਜੀ। ਲਓ ਜੀ ਸਾਧ ਸੰਗਤ ਜੀ, ਇਹ ਦੇਖ ਲਓ ਜੀ, ਕੋਈ ਵਚਨ ਕਰਨਾ ਤੇ ਆਪਾਂ ਫਿਰ ਅਰਦਾਸ ਬੇਨਤੀ ਕਰਦੇ ਹਾਂ ਜੀ। ਅੱਜ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਲੱਖ ਲੱਖ ਵਧਾਈਆਂ ਹੋਣ। 1504 ਈਸਵੀ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ